ਹੈਲੋ ਬੱਚਿਓ, ਅੱਜ ਆਪਾਂ ਨਵਾਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ, ਇਸ਼ੂ ਆਫ ਡਿਬੈਂਚਰਸ। ਸਭ ਤੋਂ ਪਹਿਲਾਂ ਡਿਬੈਂਚਰਸ ਹੁੰਦੇ ਕੀ ਇਸ ਚੀਜ਼ ਨੂੰ ਸਮਝੋ। ਦੇਖੋ ਬੱਚੇ, ਹਜੇ ਤੱਕ ਆਪਾਂ ਕੀਤਾ ਕਿ ਇਕੁਇਟੀ ਸ਼ੇਅਰਸ ਕੰਪਨੀ ਇਸ਼ੂ ਕਰਦੀ ਹੈ ਪੈਸਾ ਰੇਸ ਇਕੱਠਾ ਕਰਨ ਦੇ ਲਈ ਜਦੋਂ ਕੰਪਨੀ ਨੂੰ ਪੈਸੇ ਦੀ ਲੋੜ ਹੁੰਦੀ ਹੈ, ਜਾਂ ਪ੍ਰੈਫਰੈਂਸ ਸ਼ੇਅਰਸ ਇਸ਼ੂ ਕਰਦੀ ਹੈ ਜਦੋਂ ਕੰਪਨੀ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ। ਹਜੇ ਤੱਕ ਆਪਾਂ ਦੋ ਚੀਜ਼ਾਂ ਦੇ ਬਾਰੇ ਸਟੱਡੀ ਕੀਤੀ ਹੈ ਕਿ ਦੋਨਾਂ ਦੇ ਵਕਤ ਜਦੋਂ ਵੀ ਕੰਪਨੀ ਨੂੰ ਪੈਸੇ ਲੋੜ ਪੈਂਦੀ ਹੈ, ਕੰਪਨੀ ਕੀ ਇਕੁਇਟੀ ਸ਼ੇਅਰਸ ਇਸ਼ੂ ਕਰਦੀ ਹੈ ਜਿਨ੍ਹਾਂ ਨੂੰ ਆਪਾਂ ਇਕੁਇਟੀ ਸ਼ੇਅਰ ਹੋਲਡਰ ਕਹਿੰਦੇ ਹਾਂ, ਔਰ ਜਦੋਂ ਕੰਪਨੀ ਨੂੰ ਹੋਰ ਪੈਸੇ ਦੀ ਜ਼ਰੂਰਤ ਪਵੇ ਦੈਨ ਉਹ ਪ੍ਰੈਫਰੈਂਸ ਸ਼ੇਅਰਸ ਵੀ ਇਸ਼ੂ ਕਰ ਸਕਦੀ ਹੈ, ਉਹਨਾਂ ਨੂੰ ਆਪਾਂ ਪ੍ਰੈਫਰੈਂਸ ਸ਼ੇਅਰ ਹੋਲਡਰ ਕਹਿ ਦਿੰਦੇ ਹਾਂ। ਸੋ ਹੁੰਦਾ ਕੀ ਆ, ਜਿਹੜੇ ਇਕੁਇਟੀ ਸ਼ੇਅਰ ਹੋਲਡਰ ਹੁੰਦੇ ਨੇ ਬੱਚੇ, ਉਹ ਕੀ ਹੁੰਦੇ ਨੇ? ਕੋ ਓਨਰ। ਉਹ ਕਿਹੜੇ ਹੁੰਦੇ ਨੇ? ਕੋ ਓਨਰ ਆਫ ਦਾ ਬਿਜ਼ਨਸ, ਮਤਲਬ ਜਿਹੜੇ ਇੱਕ ਤਰੀਕੇ ਨਾਲ ਮਾਲਕ ਹੀ ਹੁੰਦੇ ਨੇ, ਜਿਨ੍ਹਾਂ ਨੂੰ ਕੀ ਆ ਫਿਕਸ ਰੇਟ ਆਫ ਡਿਵੀਡੈਂਡ ਨਹੀਂ ਪ੍ਰੋਵਾਈਡ ਕੀਤਾ ਜਾਂਦਾ। ਉਹਨਾਂ ਨੂੰ ਕੀ ਆ ਅਕੋਰਡਿੰਗ ਟੂ ਦਾ ਪ੍ਰੋਫਿਟ ਮਿਲਦਾ ਵਾ, ਜੋ ਵੀ ਡਿਵੀਡੈਂਡ ਮਿਲਣਾ ਵਾ। ਬਟ ਪ੍ਰੈਫਰੈਂਸ ਸ਼ੇਅਰ ਦੇ ਅੰਦਰ ਕੀ ਆ, ਪ੍ਰੈਫਰੈਂਸ ਸ਼ੇਅਰਸ ਨੂੰ ਦੱਸਿਆ ਜਾਂਦਾ ਕਿ ਤੁਹਾਨੂੰ 10% ਡਿਵੀਡੈਂਡ ਤਾਂ ਦੇਵਾਂਗੇ। ਸੋ ਇਹਨਾਂ ਨੂੰ ਵੀ ਪ੍ਰੈਫਰੈਂਸ ਸ਼ੇਅਰ ਨੂੰ, ਬਟ ਪ੍ਰੈਫਰੈਂਸ ਹੁੰਦੀ ਹੈ ਇਕੁਇਟੀ ਸ਼ੇਅਰ ਹੋਲਡਰ ਤੋਂ ਕਿ ਅਸੀਂ ਤੁਹਾਨੂੰ ਪਹਿਲਾਂ ਪੇਮੈਂਟ ਕੀਤੀ ਜਾਊਗੀ। ਬਟ ਕੰਪਨੀ ਕੋਲ ਇੱਕ ਹੋਰ ਤਰੀਕਾ ਵੀ ਆ ਪੈਸਾ ਇਕੱਠਾ ਕਰਨ ਦਾ, ਉਹ ਹੈਗਾ ਲੋਨ। ਕੰਪਨੀ ਕੀ ਆ ਬੈਂਕ ਤੋਂ ਲੋਨ ਲੈ ਸਕਦੀ ਹੈ ਨਾ। ਕੰਪਨੀ ਕੀ ਆ ਬੱਚੇ, ਬੈਂਕ ਤੋਂ ਲੋਨ ਲੈ ਸਕਦੀ ਆ, ਜਾਂ ਬੌਂਡਸ ਹੁੰਦੇ ਆ, ਜਾਂ ਮਿਊਚੁਅਲ ਫੰਡਸ ਹੁੰਦੇ ਆ। ਸੋ ਇਹ ਕੰਪਨੀ ਕੋਲ ਬਹੁਤ ਸਾਰੀਆਂ ਪਾਲਿਸੀਜ਼ ਨੇ ਜਿਹਦੇ ਰਾਹੀਂ ਉਹ ਪੈਸਾ ਇਕੱਠਾ ਕਰ ਸਕਦੀ ਹੈ। ਔਰ ਇੱਕ ਹੋਰ ਜਿਹਨੂੰ ਆਪਾਂ ਡਿਵੈਂਚਰਸ ਕਰਦੇ ਹਾਂ, ਕੰਪਨੀ ਕੀ ਹੈ ਬੱਚੇ, ਡਿਵੈਂਚਰਸ ਇਸ਼ੂ ਕਰਕੇ ਵੀ ਪੈਸਾ ਇਕੱਠਾ ਕਰ ਸਕਦੀ ਹੈ। ਸੋ ਹਰ ਇੱਕ ਦੀ ਅਲੱਗ-ਅਲੱਗ ਕੰਡੀਸ਼ਨਸ ਨੇ, ਅਲੱਗ-ਅਲੱਗ ਟਰਮਸ ਆਫ ਕੰਡੀਸ਼ਨਸ ਹੁੰਦੀਆਂ ਨੇ। ਜੇ ਬੈਂਕ ਕੋਲ ਜਾਵਾਂਗੇ ਤਾਂ ਬੈਂਕ ਪੁੱਛਦੀ ਹੈ ਕਿ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਹੈ, ਬੈਂਕ ਕੰਪਨੀ ਨੂੰ ਪੁੱਛੂਗੀ। ਸੋ ਕੰਪਨੀ ਨੂੰ ਆਪਣੀ ਸਾਰੀ ਡਿਟੇਲ ਪ੍ਰੋਵਾਈਡ ਕਰਨੀ ਪੈਂਦੀ ਹੈ। ਸੋ ਬਹੁਤ ਸਾਰੀਆਂ ਫਾਰਮੈਲਿਟੀਜ਼ ਹੁੰਦੀਆਂ ਨੇ, ਜਾਂ ਮਿਊਚੁਅਲ ਫੰਡਸ ਰਾਹੀਂ ਜਾਂ ਡਿਬੈਂਚਰ ਰਾਹੀਂ। ਸੋ ਆਪਾਂ ਇੱਥੇ ਗੱਲ ਕਰਾਂਗੇ ਕਿ ਕੰਪਨੀ ਜੇ ਹੈ ਡਿਬੈਂਚਰਸ ਦੇ ਰਾਹੀਂ ਪੈਸਾ ਇਕੱਠਾ ਕਰਦੀ ਹੈ। ਸੋ ਕੰਪਨੀ ਬੱਚੇ ਡਿਬੈਂਚਰਸ ਦੇ ਰਾਹੀਂ ਪੈਸਾ ਇਕੱਠਾ ਕਰਨਾ, ਧਿਆਨ ਨਾਲ ਸਮਝੋ, ਡਿਬੈਂਚਰਸ ਦੇ ਰਾਹੀਂ ਪੈਸਾ ਇਕੱਠਾ ਕਰਨਾ, ਦੈਟ ਮੀਨਸ ਇੱਕ ਤਰੀਕੇ ਦੇ ਨਾਲ ਯਾਦ ਰੱਖਿਓ ਮਨ ਦੇ ਵਿੱਚ ਕਿ ਕੰਪਨੀ ਇੱਕ ਤਰੀਕੇ ਨਾਲ ਲੋਨ ਹੀ ਲੈ ਰਹੀ ਹੈ। ਲੋਨ ਕਿਤੋਂ ਲੈ ਰਹੀ ਹੈ? ਇਹ ਪਬਲਿਕ ਤੋਂ। ਇੱਕ ਤਰੀਕੇ ਨਾਲ ਪਬਲਿਕ ਤੋਂ ਪੈਸਾ ਇਕੱਠਾ ਕਰ ਰਹੀ ਹੈ। ਸੋ ਪਬਲਿਕ ਤੋਂ ਪੈਸਾ ਲੋਨ ਲੈਣਾ, ਦੈਟ ਮੀਨਸ ਲੋਨ ਦੀ ਰੀਪੇਮੈਂਟ ਵੀ ਕਰਨੀ ਪੈਂਦੀ ਹੈ। ਦੇਖੋ, ਇਕੁਇਟੀ ਸ਼ੇਅਰ ਹੋਲਡਰ ਸੀਗੇ ਕਿ ਆਪਾਂ ਉਹਨਾਂ ਤੋਂ ਪੈਸਾ ਇਨਵੈਸਟ ਕਰਵਾ ਲੈਂਦੇ ਹਾਂ, ਉਹ ਲੌਂਗ ਟਰਮ ਦੇ ਲਈ ਆਪਣੀ ਕੰਪਨੀ 'ਚ ਪਾਰਟਨਰ ਬਣ ਕੇ ਰਹਿੰਦੇ ਨੇ, ਸ਼ੇਅਰ ਹੋਲਡਰ ਬਣ ਕੇ ਰਹਿੰਦੇ ਨੇ, ਅਤੇ ਉਹ ਆਪਣਾ ਡਿਵੀਡੈਂਟ ਲੈਂਦੇ ਨੇ ਅਤੇ ਬੈਨੀਫਿਟਸ ਲੈਂਦੇ ਨੇ। ਨੈਕਸਟ, ਜਿਹੜੇ ਡਿਬੈਂਚਰ ਹੋਲਡਰ ਨੇ ਉਹਨਾਂ ਦਾ ਇੱਕ ਜਿਹੜਾ ਟਾਈਮ ਪੀਰੀਅਡ ਉਹ ਫਿਕਸ ਆ, 5 ਸਾਲ, 6 ਸਾਲ, 3 ਸਾਲ, 2 ਸਾਲ। ਜੇ ਆਪਾਂ ਨਹੀਂ ਗਿਵਨ ਤਾਂ ਆਪਾਂ 1 ਸਾਲ ਤਾਂ ਮੰਨ ਕੇ ਹੀ ਚੱਲਦੇ ਹਾਂ ਕਿ 1 ਸਾਲ ਬਾਅਦ ਆਪਾਂ ਨੂੰ ਰੀਪੇਮੈਂਟ ਜ਼ਰੂਰ ਕਰਨੀ ਪੈਣੀ ਹੈ। ਸੋ ਇਸ ਚੀਜ਼ ਨੂੰ ਸਮਝੋ ਕਿ ਡਿਬੈਂਚਰ ਹੋਲਡਰ ਨੂੰ ਰੀਪੇਮੈਂਟ ਜ਼ਰੂਰ ਕਰਨੀ ਪੈਂਦੀ ਹੈ। ਇਹ ਫਿਕਸਡ ਪੀਰੀਅਡ ਦੇ ਲਈ ਹੁੰਦੇ। ਮੈਂ ਇੱਥੇ ਲਿਖ ਦੇਣਾ ਕਿ ਡਿਬੈਂਚਰਸ ਹੋਲਡਰ ਆ ਜਿਹੜੇ, ਜਿਨ੍ਹਾਂ ਨੂੰ ਡਿਬੈਂਚਰਸ ਇਸ਼ੂ ਕੀਤੇ ਜਾਂਦੇ ਆ, ਉਹ ਫਿਕਸ ਪੀਰੀਅਡ ਦੇ ਲਈ ਕੀਤੇ ਜਾਂਦੇ ਨੇ। ਕਲੀਅਰ। ਹੁਣ ਡਿਬੈਂਚਰਸ ਹੋਲਡਰ ਦੀ ਗੱਲ ਕਰ ਰਹੇ ਹਾਂ। ਦੇਖੋ, ਸਪੋਜ਼ ਕਰੋ A ਪਰਸਨ ਆ, B ਪਰਸਨ ਆ, C ਪਰਸਨ ਆ। ਇਹ ਤੋਂ ਕੰਪਨੀ ਨੇ 1 ਲੱਖ ਰੁਪਇਆ ਲਿਆ, ਇਹ ਤੋਂ 20,000 ਲਿਆ, ਸੋ ਇਹ ਤੋਂ 80,000 ਲਿਆ, ਮਤਲਬ ਟੋਟਲ 2 ਲੱਖ ਰੁਪਇਆ ਕੰਪਨੀ ਨੇ ਇਕੱਠਾ ਕਰ ਲਿਆ। ਇੱਕ ਵਾਰ ਪੇਮੈਂਟ ਕਰਤੀ, ਕੰਪਨੀ ਦੇ ਇਹ ਡਿਬੈਂਚਰ ਹੋਲਡਰ ਬਣ ਗਏ 3 ਸਾਲਾਂ ਦੇ ਲਈ। 3 ਸਾਲਾਂ ਬਾਅਦ ਕੰਪਨੀ ਨੂੰ ਲੋਨ ਦੀ ਪੇਮੈਂਟ ਤਾਂ ਵਾਪਿਸ ਕਰਨੀ ਪੈਂਦੀ ਆ। ਸੋ ਕੰਪਨੀ ਕੀ ਆ, ਡਿਬੈਂਚਰਸ ਨੂੰ ਉਹਨਾਂ ਤੋਂ ਵਾਪਿਸ ਲੈ ਲੂਗੀ ਅਤੇ ਉਹਦੇ ਬਦਲੇ ਉਹਨਾਂ ਨੂੰ ਪੇਮੈਂਟ ਕਰ ਦੂਗੀ। ਬਟ ਹੁਣ ਇਹਦੇ ਪਿੱਛੇ ਬੈਨੀਫਿਟ ਕੀ ਆ? ਹੁਣ A ਪਰਸਨ ਆ, ਉਹ ਕਿਉਂ ਪੈਸਾ ਇਨਵੈਸਟ ਕਰੂਗਾ ਉਹਦੇ ਅੰਦਰ? ਡਿਬੈਂਚਰ ਹੋਲਡਰ ਕਿਉਂ ਖਰੀਦੂਗਾ ਕੰਪਨੀ ਦੇ? B ਆ ਕਿਉਂ ਖਰੀਦੂਗਾ? C ਆ ਕਿਉਂ ਖਰੀਦੂਗਾ? ਉਹਦੇ ਪਿੱਛੇ ਕਾਰਨ ਇਹੀ ਆ ਕਿ ਕੰਪਨੀ ਕੀ ਆ, ਉਹਨਾਂ ਨੂੰ ਇੰਟਰਸਟ ਰੇਟ ਦਿੰਦੀ ਆ। ਉਹ ਕਹੂਗੀ ਜਿਹੜੇ ਵੀ ਅਸੀਂ ਤੁਹਾਨੂੰ ਡਿਬੈਂਚਰਸ ਇਸ਼ੂ ਕੀਤੇ ਉਹ 10% ਇੰਟਰਸਟ ਦੇ ਹਿਸਾਬ ਨਾਲ ਕਰਾਂਗੇ। ਇਹ ਜਿਹੜਾ ਅੱਗੇ ਲਿਖਿਆ ਹੁੰਦਾ ਡਿਬੈਂਚਰਸ ਦੇ ਅੱਗੇ, ਉਹਦਾ ਇੰਟਰਸਟ ਰੇਟ ਹੁੰਦਾ ਬੱਚੇ, ਯਾਦ ਰੱਖਿਓ, 10%, 6%, 11%। ਉਹ ਤੁਹਾਨੂੰ ਆਲਰੇਡੀ ਕੁਐਸਚਨ ਦੇ ਵਿੱਚ ਗਿਵਨ ਹੋਊਗਾ। ਕਲੀਅਰ। ਸੋ ਕੰਪਨੀ ਕੀ ਆ, ਜੇ ਆਪਾਂ ਇੱਥੇ ਗੱਲ ਕਰੀਏ ਤਾਂ ਕੰਪਨੀ ਸਾਲ ਬਾਅਦ ਇਹਨੂੰ 6,000 ਰੁਪਇਆ ਇੰਟਰਸਟ ਦੇਊਗੀ। ਫਿਕਸਡ ਹੁੰਦਾ ਹੈ, ਫਿਕਸਡ ਇੰਟਰਸਟ ਰੇਟ, ਫਿਕਸਡ ਇੰਟਰਸਟ ਰੇਟ ਮਿਲੂਗਾ ਡਿਬੈਂਚਰ ਹੋਲਡਰ ਨੂੰ। ਜੇ ਆਪਾਂ ਕਹਿ ਦਈਏ ਕਿ 10% ਇੰਟਰਸਟ ਰੇਟ ਆ ਤਾਂ ਇਹਨੂੰ 6,000 ਮਿਲ ਗਿਆ ਬੱਚੇ। ਕਲੀਅਰ। ਸੋ ਇਹਨੂੰ ਜੇ 6% ਇੰਟਰਸਟ ਰੇਟ ਆ, ਜੇ 6% ਲਗਾ ਕੇ ਚਲੀਏ ਕਿ 6% ਇੰਟਰਸਟ ਰੇਟ ਆ, ਸੋ ਇਹਨੂੰ 6,000 ਮਿਲ ਜੂਗਾ 1 ਲੱਖ ਦੇ ਉੱਪਰ। ਇਹਨੂੰ 1,200 ਰੁਪਇਆ ਮਿਲ ਜੂਗਾ, ਸੋ 4,800 ਮਿਲ ਜੂਗਾ। ਸੋ ਇੱਦਾਂ ਇਹਨਾਂ ਨੂੰ ਪੈਸੇ ਮਿਲ ਜਾਣਗੇ। ਕਲੀਅਰ ਬੱਚੇ। ਹੁਣ ਨੈਕਸਟ ਇਹ ਕੀ ਹੈ, ਇੰਟਰਸਟ ਰੇਟ। ਮਤਲਬ ਸਾਲ ਬਾਅਦ ਜੇ ਡਿਬੈਂਚਰ ਹੋਲਡਰ ਨੂੰ ਪੇਮੈਂਟ ਮਿਲਣੀ ਆ ਤਾਂ ਉਹ 1,06,000 ਰੁਪਇਆ ਮਿਲ ਜੂਗਾ। ਇਹਨੂੰ ਮਿਲ ਜੂਗਾ 20,000, 21,200 ਰੁਪਇਆ। ਜੇ ਇਹਨੇ ਲੈਣਾ ਹੋਇਆ ਤਾਂ 84,800 ਰੁਪਇਆ ਆਪਾਂ ਨੂੰ ਕੰਪਨੀ ਨੂੰ ਕੀ ਰੀਪੇਮੈਂਟ ਕਰਨੀ ਪੈਂਦੀ ਆ।
ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਆ ਬੱਚੇ ਕਿ ਜਿਹੜੇ ਡਿਬੈਂਚਰਸ ਹੋਲਡਰ ਨੇ ਉਹ ਕੰਪਨੀ 'ਚ ਹੀ ਕੈਸਾ ਪੈਸਾ ਕਿਉਂ ਇਨਵੈਸਟ ਕਰਨਗੇ, ਕਿਉਂਕਿ ਕੰਪਨੀ ਕੀ ਆ, ਇੱਕ ਤਾਂ ਜਾਂ ਤਾਂ ਕੰਪਨੀ, ਹੁਣ ਦੇਖੋ ਬੈਂਕ, ਹੁਣ ਮੇਰੇ ਕੋਲ 1 ਲੱਖ ਰੁਪਇਆ ਹੋਵੇ, ਮੈਂ ਕੰਪਨੀ ਨੂੰ ਕੋਈ 1 ਲੱਖ ਰੁਪਇਆ ਦਊਂ, ਹੋ ਸਕਦਾ ਕੱਲ ਨੂੰ ਮੇਰੇ ਨਾਲ ਫਰਾਡ ਕਰ ਜੇ ਜਾਂ 1 ਲੱਖ ਮੈਂ ਦੇ ਦੇਵਾਂ ਤੇ ਸਾਲ ਬਾਅਦ ਉਹਨੂੰ 1 ਲੱਖ ਰਿਟਰਨ ਕਰੇ, ਮੈਂ ਬੈਂਕ ਵਿੱਚ ਤਾਂ ਰੱਖ ਸਕਦਾ ਨਾ। ਬਟ ਕਈ ਵਾਰ ਕੀ ਹੁੰਦਾ, ਕੰਪਨੀ ਤੁਹਾਨੂੰ ਲਾਲਚ ਦਿੰਦੀ ਆ। ਲਾਲਚ 2-3 ਤਰੀਕੇ ਦਾ, ਪਹਿਲਾ ਕਿ ਤੁਹਾਨੂੰ ਇੰਟਰਸਟ ਰੇਟ ਐਜ਼ ਕੰਪੇਅਰ ਟੂ ਬੈਂਕ ਨਾਲੋਂ ਜ਼ਿਆਦਾ ਦੇ ਤਾਂ ਤੁਸੀਂ ਪੈਸਾ ਇਨਵੈਸਟ ਕਰੋਗੇ। ਦੂਸਰਾ ਉਹ ਕਹਿ ਦਿੰਦੀ ਆ ਕਿ ਅਸੀਂ ਤੁਹਾਨੂੰ ਇਸ਼ੂ ਕਰਾਂਗੇ ਡਿਸਕਾਊਂਟ ਤੇ, ਰਿਡੀਮ ਕਰਾਂਗੇ ਪ੍ਰੀਮੀਅਮ ਤੇ। ਸੋ ਇਹ 3-4 ਕੇਸਿਸ ਨੇ, ਆਪਾਂ ਅੱਗੇ ਫਰਦਰ ਡਿਸਕਸ ਕਰਾਂਗੇ ਇਹਨਾਂ ਦੇ ਬਾਰੇ। ਸੋ ਇਹ ਚੀਜ਼ ਬੜੀ ਇੰਪੋਰਟੈਂਟ ਆ ਤੁਹਾਡੇ ਲਈ ਸਮਝਣ ਵਾਲੀ ਕਿ ਡਿਬੈਂਚਰਸ ਨੂੰ ਇਸ਼ੂ ਕਿਵੇਂ ਕੀਤਾ ਜਾਂਦਾ। ਨਾਲ ਹੀ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜੇ ਡਿਬੈਂਚਰ ਹੋਲਡਰ ਨੇ, ਸਪੋਜ਼ ਕਰੋ ਮੈਂ ਕੰਪਨੀ 'ਚ 1 ਲੱਖ ਰੁਪਇਆ ਲਗਾਉਣਾ ਹੀ ਆ, ਤਾਂ ਮੈਂ ਐਜ਼ ਇਕੁਇਟੀ ਸ਼ੇਅਰ ਜਾਂ ਪ੍ਰੈਫਰੈਂਸ ਸ਼ੇਅਰ ਕਿਉਂ ਨਹੀਂ ਲਗਾਉਂਗਾ, ਤਾਂ ਮੈਂ ਡਿਬੈਂਚਰ ਹੋਲਡਰ ਹੀ ਕਿਉਂ ਬਣਨਾ ਚਾਹੁੰਦਾ, ਕਿਉਂਕਿ ਡਿਬੈਂਚਰ ਹੋਲਡਰ ਦੇ ਅੰਦਰ ਇਹ ਹੁੰਦਾ ਵਾ ਕਿ ਪਰਸਨ ਨੂੰ, ਮਿਸਟਰ ਏ ਆ, ਉਹਨੇ 1 ਲੱਖ ਰੁਪਇਆ ਇਨਵੈਸਟ ਕੀਤਾ, ਉਹਨੂੰ ਜਿਹੜਾ 6000 ਰੁਪਇਆ ਵਿਆਜ ਮਿਲਣਾ ਹੀ ਮਿਲਣਾ, ਚਾਹੇ ਕੰਪਨੀ ਨੂੰ ਪ੍ਰੋਫਿਟ ਹੋਵੇ ਨਾ ਹੋਵੇ ਸਾਲ ਦੇ ਐਂਡ ਵਿੱਚ। ਕੰਪਨੀ ਨੂੰ ਚਾਹੇ ਉਹਦੇ ਆਪਣੇ ਐਸਟ ਵੇਚ ਕੇ ਕਿਉਂ ਨਾ ਪੇਮੈਂਟ ਕਰਨੀ ਪਵੇ, ਬਟ ਏ ਨੂੰ, ਬੀ ਨੂੰ, ਸੀ ਨੂੰ ਜਿਹੜਾ ਉਹਨਾਂ ਦਾ ਇੰਟਰਸਟ ਰੇਟ ਆ ਜਾਂ ਸਾਲ ਦੇ ਐਂਡ ਤੱਕ ਜਦੋਂ ਡਿਵੈਂਚਰਸ ਦੀ ਪੂਰੀ ਪੇਮੈਂਟ ਕਰਨੀ ਆ, ਉਹ ਪੇਮੈਂਟ ਕਰਨੀ ਪਊ, ਚਾਹੇ ਉਹਨੂੰ ਆਪਣੇ ਐਸਟਸ ਕਿਉਂ ਨਾ ਵੇਚ ਕੇ ਕਰਨਾ ਪਵੇ। ਠੀਕ ਹੈ ਬੱਚੇ। ਸੋ ਇਸ ਕਰਕੇ ਬਹੁਤ ਹੀ ਸਿਕਿਉਰ ਹੁੰਦੇ ਨੇ ਡਿਬੈਂਚਰਸ, ਸਿਕਿਉਰਡ ਹੁੰਦੇ ਨੇ, ਇਹਨਾਂ ਨੂੰ ਪੇਮੈਂਟ ਮਿਲਦੀ ਹੀ ਮਿਲਦੀ ਹੈ, ਕਿ ਚਾਹੇ ਕੰਪਨੀ ਨੂੰ ਘਾਟਾ ਹੋਵੇ ਜਾਂ ਵਾਧਾ ਹੋਵੇ, ਸਭ ਤੋਂ ਪਹਿਲਾਂ ਪੇਮੈਂਟ ਹੀ ਡਿਬੈਂਚਰ ਹੋਲਡਰ ਨੂੰ ਮਿਲਦੀ। ਕਲੀਅਰ। ਸੋ ਇਸ ਕਰਕੇ ਕੀ ਆ, ਕੋਈ ਕੰਪਨੀ ਡਿਬੈਂਚਰ ਹੋਲਡਰਸ ਦੇ ਰਾਹੀਂ ਪੈਸਾ ਇਕੱਠਾ ਕਰ ਸਕਦੀ ਹੈ, ਇੱਕ ਉਹਨਾਂ ਕੋਲ ਬੜੀ ਵਧੀਆ ਆਪਸ਼ਨ ਹੁੰਦੀ ਹੈ। ਸੋ ਨੈਕਸਟ ਆਪਾਂ ਕਰਦੇ ਹਾਂ ਇਹਦੇ ਵਿੱਚ ਜਨਰਲ ਐਂਟਰੀਜ਼ ਕਿਵੇਂ, ਮਤਲਬ ਕੰਪਨੀ ਕੀ ਆ ਕਿਵੇਂ ਡਿਬੈਂਚਰਸ ਇਸ਼ੂ ਕਰਦੀ ਹੈ। ਸੋ ਬੱਚੇ ਕੰਪਨੀ ਸ਼ੇਅਰਸ ਜਿਹੜੇ ਡਿਬੈਂਚਰਸ ਨੇ ਉਹਨਾਂ ਨੂੰ ਇਸ਼ੂ ਕਿਵੇਂ ਕਰਦੀ ਹੈ। ਕੰਪਨੀ ਕੋਲ ਇਸ਼ੂ ਕਰਨ ਦੇ 3 ਹੀ ਤਰੀਕੇ ਨੇ, ਐਟ ਪਾਰ ਤੇ ਇਸ਼ੂ ਕਰ ਸਕਦੀ ਹੈ, ਐਟ ਪ੍ਰੀਮੀਅਮ ਤੇ ਇਸ਼ੂ ਕਰ ਸਕਦੀ ਹੈ, ਐਟ ਡਿਸਕਾਊਂਟ ਤੇ। ਆਫ ਕੋਰਸ ਇੱਕ ਰਹਿ ਗਿਆ, ਉਹ ਤੁਸੀਂ ਲਿਖ ਸਕਦੇ ਹੋ ਕਿ ਅਦਰ ਦੈਨ ਕੈਸ਼, ਅਦਰ ਦੈਨ ਕੈਸ਼। ਸੋ ਕੰਪਨੀ ਕੋਲ ਇਹ 4 ਆਪਸ਼ਨਸ ਨੇ ਕਿ ਕੰਪਨੀ ਕਿਵੇਂ ਵੀ ਡਿਬੈਂਚਰਸ ਆ ਜਿਹੜੀ ਇਸ਼ੂ ਕਰ ਸਕਦੀ ਹੈ। ਬਟ ਸਪੈਸੀਫਿਕਲੀ ਬੱਚੇ ਜੋ ਜਨਰਲ ਐਂਟਰੀਜ਼ ਇਕੁਇਟੀ ਸ਼ੇਅਰ ਔਰ ਪ੍ਰੈਫਰੈਂਸ ਸ਼ੇਅਰ ਹੋਲਡਰ ਦੇ ਅੰਦਰ ਤੁਸੀਂ ਕਰਦੇ ਆਏ ਹੋ, 99% ਬੱਚੇ ਗਲਤੀ ਕਰ ਜਾਂਦੇ ਆ ਕਿ ਉਹ ਇਹ ਸੋਚਦੇ ਆ ਕਿ ਸੇਮ ਨੇ। ਬਟ ਜਦੋਂ ਆਪਾਂ ਕੁਐਸਚਨ ਨੂੰ ਅਟੈਂਪਟ ਕਰਨ ਲੱਗਦੇ ਆ ਤਾਂ ਬੱਚੇ ਕਨਫਿਊਜ਼ ਹੋ ਜਾਂਦੇ ਆ ਵੀ ਇਹ ਬੁੱਕ ਦੇ ਵਿੱਚ ਇਦਾਂ ਐਂਟਰੀਜ਼ ਨੂੰ ਕਿਉਂ ਅਟੈਂਪਟ ਕੀਤਾ ਗਿਆ। ਸੋ ਇੱਕ ਵਾਰ ਐਂਟਰੀਜ਼ ਨੂੰ ਜ਼ਰੂਰ ਧਿਆਨ ਨਾਲ ਸੁਣਿਓ, ਸਮਝਿਓ, ਉਸ ਤੋਂ ਬਾਅਦ ਪ੍ਰੈਕਟੀਕਲ ਕੁਐਸਚਨ ਸਟਾਰਟ ਕਰਿਓ। ਕਿ ਥੋੜਾ ਡਿਫਰੈਂਸ ਆ, ਬਟ ਡਿਫਰੈਂਸ ਜ਼ਰੂਰ ਆ। ਇਹਦਾ ਇਹ ਨਹੀਂਗਾ ਕਿ ਸਾਰੀ ਐਂਟਰੀ ਸੇਮ ਨੇ, ਕਿ ਜਿਵੇਂ ਇੱਥੇ ਵੀ ਜੇ ਮੈਂ ਤੁਹਾਨੂੰ ਕਹਿ ਦੇਵਾਂ ਕਿ ਐਪਲੀਕੇਸ਼ਨ ਅਮਾਊਂਟ ਮੰਗਵਾਈ ਜਾਂਦੀ ਆ, ਠੀਕ ਹੈ ਜੀ, ਅਲਾਟਮੈਂਟ ਹੁੰਦੀ ਆ, ਸੇਮ ਐਜ਼ ਫਸਟ ਕਾਲ ਸੈਕਿੰਡ ਕਾਲ ਵੀ ਹੋ ਸਕਦੀ ਹੈ, ਡਿਪੈਂਡ ਕਰਦਾ ਕੰਪਨੀ ਦੀ ਪਾਲਿਸੀ ਦੇ ਉੱਪਰ। ਸੋ ਜੇ ਮੈਂ ਤੁਹਾਨੂੰ ਇਹ ਚੀਜ਼ ਦੱਸ ਰਿਹਾ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਸਾਰੀ ਐਂਟਰੀ ਸੇਮ ਨੇ, ਕਿ ਐਟ ਪਾਰ, ਐਟ ਪ੍ਰੀਮੀਅਮ, ਐਟ ਡਿਸਕਾਊਂਟ ਔਰ ਐਪਲੀਕੇਸ਼ਨ ਅਲਾਟਮੈਂਟ ਫਸਟ ਕਾਲ ਸੈਕਿੰਡ ਕਾਲ ਵੀ ਹੈਗਾ। ਨੋ ਬੱਚੇ, ਇਹਦੇ ਵਿੱਚ ਬਹੁਤ ਸਾਰੇ ਡਿਫਰੈਂਸਿਸ ਨੇ। ਅਸਲ ਦੇ ਵਿੱਚ ਹੁੰਦਾ ਕੀ ਆ ਕਿ ਕੰਪਨੀ ਵਿੱਚ ਜਦੋਂ ਵੀ ਡਿਬੈਂਚਰਸ ਇਸ਼ੂ ਕਰਦੀ ਆ ਤਾਂ ਕੰਪਨੀ ਨੂੰ ਇਹ ਵੀ ਫਿਕਰ ਹੁੰਦਾ ਕਿ ਅਸੀਂ ਉਹਨਾਂ ਨੂੰ ਪੇਮੈਂਟ ਵੀ ਕਰਨੀ ਆ। ਸਪੋਜ਼ ਕਰੋ ਕੰਪਨੀ ਨੇ ਅੱਜ ਮਿਸਟਰ ਏ ਨੂੰ ਡਿਬੈਂਚਰ ਇਸ਼ੂ ਕਰਤੇ 1 ਲੱਖ ਰੁਪਏ ਦੇ 3 ਸਾਲ ਦੇ ਲਈ। 3 ਸਾਲ ਮਤਲਬ ਉਹਦਾ ਪੀਰੀਅਡ ਆ, ਉਸ ਤੋਂ ਬਾਅਦ ਉਹਦੀ ਰੀਪੇਮੈਂਟ ਹੋਣੀ ਆ। ਔਰ ਡਿਬੈਂਚਰਸ ਆਪਾਂ ਕਹਿ ਸਕਦੇ ਹਾਂ ਕਿ 10% ਇੰਟਰਸਟ ਦੇ ਹਿਸਾਬ ਨਾਲ। ਜਦੋਂ ਕੰਪਨੀ ਨੂੰ ਪਤਾ ਵਾ ਕਿ ਅਸੀਂ 3 ਸਾਲਾਂ ਲਈ ਜਾਂ 1 ਸਾਲ ਦੀ ਗੱਲ ਕਰ ਲੈਂਦੇ ਆਪਾਂ, 1 ਸਾਲ ਲਈ ਡਿਬੈਂਚਰ ਇਸ਼ੂ ਕੀਤੇ ਆ ਤੇ 10% ਇੰਟਰਸਟ ਰੇਟ ਦੇ ਹਿਸਾਬ ਨਾਲ, ਤਾਂ ਕੰਪਨੀ ਨੂੰ ਪਤਾ ਵਾ ਕਿ ਅਸੀਂ ਸਾਲ ਦੇ ਬਾਅਦ 1,10,000 ਰੁਪਇਆ ਪਰਸਨ ਨੂੰ ਮੋੜਨਾ ਵਾ ਇੰਟਰਸਟ ਰੇਟ। ਹਜੇ ਮੈਂ ਸਿੰਪਲੀ ਗੱਲ ਕਰ ਰਿਹਾ, ਕਦੇ ਵੀ ਕੰਪਨੀ ਆਏ ਨਹੀਂ ਕਹੂਗੀ ਕਿ ਆ ਜਾਓ ਮੇਰੇ ਤੋਂ ਡਿਬੈਂਚਰ ਖਰੀਦੋ। ਤੇ ਜਦੋਂ ਹੁਣ ਮੈਂ ਕਿਸੇ ਨੂੰ ਲੋਨ ਲਈ ਪੈਸੇ ਦੇਵਾਂ, ਮਤਲਬ ਕੰਪਨੀ ਨੇ ਮੇਰੇ ਤੋਂ 1 ਲੱਖ ਰੁਪਇਆ ਲਿਆ, ਜਾਂ ਬੈਂਕ ਤੋਂ ਆਪਾਂ ਲੋਨ ਲੈਂਦੇ ਆ, ਜਾਂ ਆਪਾਂ ਐਫਡੀ ਬੈਂਕ ਚ ਕਰਾਉਂਦੇ ਆ। ਮੈਂ ਤੁਹਾਨੂੰ 3 ਤਰੀਕੇ ਸਮਝਾਉਣਾ। ਸਪੋਜ਼ ਕਰੋ ਮੈਂ ਬੈਂਕ ਦੇ ਵਿੱਚ ਐਫਡੀ ਕਰਵਾਉਣ ਗਿਆ, ਮੈਂ ਕਿਹਾ ਜੀ ਮੈਂ 1 ਲੱਖ ਰੁਪਇਆ ਜਮ੍ਹਾਂ ਕਰਵਾਊਂਗਾ, ਤੁਸੀਂ ਮੈਨੂੰ ਕਿੰਨਾ ਇੰਟਰਸਟ ਰੇਟ ਦੋਗੇ। ਮੈਂ ਪੁੱਛੂੰਗਾ ਨਾ ਮੈਨੂੰ ਕਿੰਨਾ ਇੰਟਰਸਟ ਰੇਟ ਮਿਲੂਗਾ, ਤੇ ਮੈਂ ਇਹ ਵੀ ਪੁੱਛੂੰਗਾ ਮੈਨੂੰ ਮੈਚਿਓਰਿਟੀ ਪੀਰੀਅਡ ਤੇ ਸਾਲ ਬਾਅਦ 2 ਸਾਲ ਬਾਅਦ ਕਿੰਨੀ ਪੇਮੈਂਟ ਮਿਲੂਗੀ ਰਿਟਰਨ ਦੇ ਵਿੱਚ, ਇਹ ਮੈਂ ਪੁੱਛੂੰਗਾ ਨਾ। ਇਹ ਵੀ ਪੁੱਛੂਗਾ ਕੰਪਨੀ ਨੂੰ ਕਿ ਮੈਂ ਤੁਹਾਨੂੰ 1 ਲੱਖ ਰੁਪਇਆ ਲੋਨ ਦੇ ਰਿਹਾ ਤਾਂ ਮੈਨੂੰ ਸਾਲ ਦੇ ਐਂਡ ਵਿੱਚ ਕਿੰਨੇ ਰੁਪਏ ਦੋਗੇ। ਕੰਪਨੀ ਐਂ ਤਾਂ ਨਹੀਂ ਕਹੂਗੀ ਦੇ ਦਾਂਗੇ ਜਿੰਨੇ ਦੇਣੇ ਹੋਏ, ਜਿੰਨੇ ਬਣਦੇ ਹੋਏ। ਸੋ ਕੰਪਨੀ ਨੂੰ ਕੀ ਹੈ ਬੱਚੇ, ਡਿਫਾਈਨ ਕਰਨਾ ਪੈਂਦਾ। ਜਿਸ ਟਾਈਮ ਇਸ਼ੂ ਕਰਨੇ ਆ ਉਸੇ ਟਾਈਮ ਹੀ ਡਿਫਾਈਨ ਕਰਨਾ ਪੈਂਦਾ ਕਿ ਅਸੀਂ ਤੁਹਾਨੂੰ ਜਿਹੜੇ ਡਿਬੈਂਚਰਸ ਆ ਉਹਨਾਂ ਦੀ ਰੀਪੇਮੈਂਟ ਕਿੰਨੀ ਕਰਾਂਗੇ। ਸਪੋਜ਼ ਕਰੋ ਮੈਂ ਗੱਲ ਕਰਾਂ, ਇੱਥੇ ਇੱਕ ਐਗਜ਼ਾਮਪਲ ਦੇ ਰਹੇ ਆਪਾਂ ਕਿ 1000 ਡਿਬੈਂਚਰਸ ਨੇ 100 ਰੁਪਏ ਦੇ ਹਿਸਾਬ ਨਾਲ। ਕਲੀਅਰ ਬੱਚੇ।
ਹੁਣ ਕੰਪਨੀ ਉਹ 100 ਰੁਪਏ ਦਾ ਇਹ ਐਟ ਪਾਰ ਵੈਲਿਊ ਆ। ਹੁਣ 100 ਰੁਪਏ ਦਾ ਕੰਪਨੀ ਉਹਨੂੰ ਕਹਾਂ ਜਾ ਕੇ ਕਿੰਨਾ ਰਿਟਰਨ ਕਰੂਗੀ ਇੰਟਰਸਟ ਰੇਟ ਦੇ ਹਿਸਾਬ ਨਾਲ। ਇੰਟਰਸਟ ਰੇਟ ਤਾਂ ਅਲੱਗ ਮਿਲਣਾ, ਐਟ ਪਾਰ ਤੇ ਇਸ਼ੂ ਕਰ ਰਹੀ ਤਾਂ ਕੰਪਨੀ ਇਹ ਦੱਸੂਗੀ ਕਿ ਉਹਨੇ ਕਿਵੇਂ ਉਸ ਚੀਜ਼ ਨੂੰ ਰਿਡੀਮ ਕਰਨਾ ਵਾ। ਜਿਹੜੀ ਰੀਪੇਮੈਂਟ ਕਰਨੀ ਆ ਬੱਚੇ, ਇੱਕ ਗੱਲ ਯਾਦ ਰੱਖਿਓ, ਰੀਪੇਮੈਂਟ ਮੈਂ ਇੱਥੇ ਲਿਖਦਾ ਵਾਂ, ਰੀਪੇਮੈਂਟ ਆਫ ਡਿਵੈਂਚਰਸ ਟੂ ਡਿਵੈਂਚਰ ਹੋਲਡਰ, ਟੂ ਡਿਵੈਂਚਰ ਹੋਲਡਰ। ਮੇਰੀ ਗੱਲ ਸਮਝ ਗਏ? ਰੀਪੇਮੈਂਟ ਆਫ ਡਿਵੈਂਚਰ ਟੂ ਡਿਵੈਂਚਰ ਹੋਲਡਰ ਮੀਨਸ ਆਪਾਂ ਰੀਪੇਮੈਂਟ ਆਫ ਲੋਨ ਇਦਾਂ ਵੀ ਲਿਖ ਸਕਦੇ ਹੋ, ਰੀਪੇਮੈਂਟ ਆਫ ਲੋਨ ਟੂ ਦਾ ਡਿਵੈਂਚਰ ਹੋਲਡਰ। ਜਿਨ੍ਹਾਂ ਤੋਂ ਆਪਾਂ ਲੋਨ ਲਿਆ ਸੀ ਆਪਾਂ ਉਹਨਾਂ ਨੂੰ ਵਾਪਸ ਕਰਨਾ ਵਾ। ਕਲੀਅਰ? ਸੋ ਇਸ ਚੀਜ਼ ਨੂੰ ਕੀ ਕਹਿੰਦੇ ਆ? ਰਿਡਮਪਸ਼ਨ। ਇਹ ਤੁਹਾਡਾ ਨੈਕਸਟ ਚੈਪਟਰ ਆ ਬੱਚੇ, ਰਿਡਮਪਸ਼ਨ ਆਫ ਡਿਵੈਂਚਰਸ। ਇਹ ਸਮਝਣ ਵਾਲੀ ਗੱਲ ਆ, ਇਹ ਅੱਗੇ ਆਪਣੇ ਜਨਰਲ ਐਂਟਰੀਜ਼ 'ਚ ਕੰਮ ਆਊਗਾ, ਰਿਡਮਪਸ਼ਨ ਆਫ ਡਿਵੈਂਚਰਸ। ਸੋ ਕੰਪਨੀ ਨੇ ਜਦੋਂ ਡਿਵੈਂਚਰਸ ਇਸ਼ੂ ਕਰਨੇ ਆ ਤਾਂ ਉਹ ਇਸ ਚੀਜ਼ ਨੂੰ ਮੰਨ ਕੇ ਚੱਲਦੀ ਆ, ਕੈਲਕੂਲੇਟ ਕਰਕੇ ਚੱਲਦੀ ਆ ਕਿ ਅਸੀਂ ਰਿਡੀਮ ਕਿੰਨੀ ਪੇਮੈਂਟ ਕਰਨੀ ਹੈ। ਰਿਡੀਮਿੰਗ ਦੇ ਟਾਈਮ ਅਸੀਂ ਉਹਨੂੰ, ਜਿਹੜੇ ਮਿਸਟਰ ਏ ਆ ਉਹਨੂੰ ਕਿੰਨੀ ਪੇਮੈਂਟ ਕਰਨੀ ਹੈ। ਕਲੀਅਰ ਬੱਚੇ? ਸੋ ਇਹੀ ਚੀਜ਼ ਡਿਫਰੈਂਸ ਪਾਊਗੀ ਆਪਣੀ ਜਨਰਲ ਐਂਟਰੀਜ਼ ਦੇ ਅੰਦਰ। ਆਜੋ ਆਪਾਂ ਅਸਲ ਦੇ ਵਿੱਚ ਇਹਦੇ ਅੰਦਰ 10 ਤੋਂ 12 ਕੇਸਿਸ ਬਣਦੇ ਨੇ, ਆਪਾਂ 12 ਦੇ 12 ਕੇਸਿਸ ਨੂੰ ਡਿਸਕਸ ਕਰਾਂਗੇ, ਸਮਝਾਂਗੇ, ਔਰ ਆਪਾਂ ਇਹ ਵੀ ਦੇਖਾਂਗੇ ਕਿ ਜਨਰਲ ਐਂਟਰੀਜ਼ ਐਜ਼ ਕੰਪੇਅਰ ਟੂ ਇਕੁਇਟੀ ਸ਼ੇਅਰ ਔਰ ਪ੍ਰੈਫਰੈਂਸ ਸ਼ੇਅਰ ਦੇ ਵਿੱਚ ਕੀ ਚੇਂਜਸ ਆਉਂਦੇ ਆ। ਧਿਆਨ ਨਾਲ ਸਮਝੋ ਬੱਚੇ, ਜੇ ਤੁਸੀਂ ਜਨਰਲ ਐਂਟਰੀ ਸਮਝੋਗੇ ਤਾਂ ਤੁਹਾਨੂੰ ਕਿਤੇ ਪ੍ਰੋਬਲਮ ਨਹੀਂ ਆਊਗੀ। ਸੋ ਆਓ ਹੁਣ ਆਪਾਂ ਜਨਰਲ ਐਂਟਰੀ ਸਟਾਰਟ ਕਰਦੇ ਹਾਂ। ਸੋ ਬੱਚੇ ਜਨਰਲ ਐਂਟਰੀ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਸਮਝੋ ਕਿ ਸਪੋਜ਼ ਕਰੋ ਇੱਕ ਪਰਸਨ ਮਿਸਟਰ ਏ ਆ, ਉਹਦੇ ਤੋਂ ਆਪਾਂ ਕੰਪਨੀ ਨੇ 100 ਰੁਪਿਆ ਲਿਆ, ਮਤਲਬ 100 ਰੁਪਿਆ ਆਪਾਂ ਓਵਰਆਲ ਗੱਲ ਕਰਦੇ ਕਿ 100 ਰੁਪਿਆ ਲਿਆ। ਜੇ ਕੰਪਨੀ ਉਹਨੂੰ 100 ਰੁਪਿਆ ਹੀ ਰਿਟਰਨ ਕਰੂਗੀ, ਇਹ ਆਪਣਾ ਰਿਟਰਨ ਐਗਰੀਮੈਂਟ ਹੁੰਦਾ। ਜਦੋਂ ਕਿ ਆਪਾਂ ਲੋਨ ਲੈਣੇ ਆ ਆਪਾਂ ਨੂੰ ਦੱਸਾਂਗੇ ਅਸੀਂ ਤੁਹਾਨੂੰ ਰੀਪੇਮੈਂਟ ਕਿੰਨੀ ਕਰਾਂਗੇ, ਤੇ ਕੰਪਨੀ ਉਹਨੂੰ ਕਹਿ ਸਕਦੀ ਹੈ ਕਿ ਮੈਂ ਤੁਹਾਨੂੰ 100 ਰੁਪਿਆ ਰਿਟਰਨ ਕਰੂੰਗਾ ਵਿਦ ਇੰਟਰਸਟ ਰੇਟ ਜੋ ਅਲੱਗ ਆ। ਸੋ ਇਹ ਐਕਸੈਪਟ ਕਰ ਸਕਦਾ ਕਿ ਹਾਂ ਮੈਨੂੰ 100 ਰੁਪਏ ਦਾ 100 ਰੁਪਏ ਮਿਲ ਰਿਹਾ, ਪਲੱਸ ਜੋ ਇੰਟਰਸਟ ਰੇਟ ਆ ਮੇਰੇ 100 ਰੁਪਏ ਦੇ ਉੱਪਰ 10% 20% ਜੋ ਸਾਲ ਦਾ ਮੈਨੂੰ ਮਿਲਣਾ ਉਹ ਅਲੱਗ ਆ। 100 ਰੁਪਏ ਦੀ ਗੱਲ ਕਰਾਂ ਇੱਥੇ 1 ਲੱਖ ਲਗਾ ਸਕਦੇ ਵੀ 1 ਲੱਖ ਦੇ ਉੱਪਰ ਮੈਨੂੰ 6% ਡਿਬੈਂਚਰਸ ਹੋਲਡਰ 6000 ਤਾਂ ਮਿਲਣਾ ਹੀ ਮਿਲਣਾ, ਔਰ 1 ਲੱਖ ਫਿਰ ਮੈਨੂੰ ਉਵੇਂ ਪੇਮੈਂਟ ਮਿਲਣੀ ਹੈ। ਤਾਂ ਕੀ ਆ ਮਿਸਟਰ ਏ ਆ ਐਕਸੈਪਟ ਕਰ ਲੂਗਾ। ਹਾਂ ਇਦਾਂ ਵੀ ਹੋ ਸਕਦਾ ਕਿ ਐਟ ਪ੍ਰੀਮੀਅਮ ਤੇ, ਐਟ ਪ੍ਰੀਮੀਅਮ ਬੱਚੇ, ਐਟ ਪ੍ਰੀਮੀਅਮ ਦੇ ਉੱਪਰ ਜੇ ਕੰਪਨੀ ਕਵੇ ਕਿ ਠੀਕ ਹੈ ਤੁਸੀਂ ਸਾਨੂੰ 100 ਰੁਪਿਆ ਦਿਓ ਲੋਨ ਐਜ਼ ਅ ਡਿਬੈਂਚਰ ਹੋਲਡਰ, ਤੁਹਾਨੂੰ ਇਸ਼ੂ ਕਰਾਂਗੇ, ਅਸੀਂ ਤੁਹਾਨੂੰ ਇਸ਼ੂ ਕਰਾਂਗੇ 100 ਰੁਪਿਆ ਤੇ ਅਸੀਂ ਰਿਡੀਮ ਕਰਾਂਗੇ। ਮੈਂ ਇੱਧਰਲੇ ਰਿਡੀਮ ਦੀ ਗੱਲ ਲਿਖ ਰਿਹਾ ਕਿ ਅਸੀਂ ਰਿਡੀਮ ਕਰਾਂਗੇ ਤੁਹਾਨੂੰ 110 ਰੁਪਏ, ਰਿਡੀਮ ਕਰਨ ਵੇਲੇ ਤੁਹਾਨੂੰ 110 ਰੁਪਏ ਦੇਵਾਂਗੇ। ਤਾਂ ਜਿਹੜਾ ਮਿਸਟਰ ਸੀ ਆ ਇਹ ਆ ਉਹ ਕੀ ਐਕਸੈਪਟ ਕਰ ਲੂਗਾ ਕਿ ਮੈਨੂੰ 100 ਰੁਪਏ ਦੀ ਬਜਾਏ 110 ਰੁਪਏ ਮਿਲ ਰਿਹਾ ਔਰ ਇੰਟਰਸਟ ਅਲੱਗ ਮਿਲੂਗਾ। ਠੀਕ ਹੈ ਬੱਚੇ, ਤਾਂ ਵੀ ਐਕਸੈਪਟ ਕਰ ਲੂਗਾ। ਬਟ ਇਦਾਂ ਹੋ ਸਕਦਾ ਕਿ ਕੰਪਨੀ ਮਿਸਟਰ ਏ ਨੂੰ ਕਵੇ ਕਿ ਤੂੰ ਸਾਨੂੰ 100 ਰੁਪਏ ਦਿੱਤਾ, ਅਸੀਂ ਤੈਨੂੰ 90 ਰੁਪਏ ਮੋੜਾਂਗੇ। ਇਹ ਹੋ ਸਕਦਾ। ਇਹ ਕੀ ਕਰੂਗਾ? ਮੈਂ ਨਹੀਂ ਦੇਣਾ ਲੋਨ, ਮੈਂ ਨਹੀਂ ਤੁਹਾਡੇ ਡਿਬੈਂਚਰਸ ਖਰੀਦਣੇ। ਸੋ ਇਹ ਚੀਜ਼ ਕਦੇ ਵੀ ਪੋਸੀਬਿਲਿਟੀ ਨਹੀਂ ਕਿ ਇਸ਼ੂ 100 ਰੁਪਏ ਤੇ ਹੋਣ ਤੇ ਰਿਡੀਮ ਹੋਣ 90 ਰੁਪਏ ਤੇ, ਇਹ ਕਦੇ ਨਹੀਂ ਹੋ ਸਕਦਾ। ਸੋ ਬੱਚੇ ਇਹ ਚੀਜ਼ ਨਹੀਂ ਹੁੰਦਾ। ਮਤਲਬ ਜੇ ਆਪਾਂ ਇਸ਼ੂ ਕਰਦੇ ਹਾਂ ਐਟ ਪਾਰ 100 ਰੁਪਏ ਵਾ, 100 ਰੁਪਏ ਦਾ 100 ਰੁਪਏ ਆਪਾਂ ਨੂੰ ਮਿਲ ਗਿਆ, ਆਪਾਂ ਐਕਸੈਪਟ ਕਰ ਸਕਦੇ ਹਾਂ। 110 ਰੁਪਏ ਮਿਲਣ ਆਪਾਂ ਤਾਂ ਵੀ ਖੁਸ਼ੀ ਐਕਸੈਪਟ ਕਰਾਂਗੇ। ਬਟ ਜੇ ਸਾਨੂੰ ਕੋਈ ਕਵੇ ਕਿ ਤੂੰ ਮੈਨੂੰ 100 ਰੁਪਇਆ ਦੇ ਤੇ ਮੈਂ ਉਹਦੇ ਬਦਲੇ ਤੈਨੂੰ 90 ਰੁਪਏ ਦਊਂ ਵੀ ਸਾਲ ਬਾਅਦ, ਤੇ ਆਪਾਂ ਹੀ ਕਹਾਂਗੇ ਸਤਿ ਸ੍ਰੀ ਅਕਾਲ, ਅਸੀਂ ਨਹੀਂ ਤੁਹਾਡੇ ਤੋਂ ਡਿਬੈਂਚਰਸ ਖਰੀਦਣੇ। ਸੋ ਸੇਮ ਹਾਂ ਇਹ ਚੀਜ਼ ਹੋ ਸਕਦੀ ਆ ਕਿ ਕੰਪਨੀ ਦੀ ਰੈਪੂਟੇਸ਼ਨ ਬਹੁਤ ਵਧੀਆ ਹੋਵੇ। ਆ ਐਟ ਪਾਰ ਦੀ ਗੱਲ ਹੋ ਗਈ ਬੱਚੇ, ਮਤਲਬ ਇਸ਼ੂ ਕਰਨ ਦੀ ਵਕਤ ਐਟ ਪਾਰ ਆ, ਐਟ ਪ੍ਰੀਮੀਅਮ ਹੋ ਸਕਦਾ ਕੰਪਨੀ ਕਹਿ ਰਹੀ ਆ ਕਿ ਅਸੀਂ ਕੰਪਨੀ ਦੀ ਰੈਪੂਟੇਸ਼ਨ ਬਹੁਤ ਵਧੀਆ, ਲਾਈਕ ਆ ਰਿਲਾਇੰਸ ਕੰਪਨੀ ਔਰ ਕੰਪਨੀ ਕਹਿ ਰਹੀ ਆ ਕਿ ਤੁਸੀਂ ਸਾਡੇ ਤੋਂ ਮੈਂ ਤੁਹਾਨੂੰ 110 ਰੁਪਏ ਦਾ ਡਿਬੈਂਚਰ ਆ ਇਸ਼ੂ ਕਰੂੰਗੀ 110 ਰੁਪਏ ਦੇ ਹਿਸਾਬ ਨਾਲ, ਤੇ ਮੈਂ ਤੁਹਾਨੂੰ ਰਿਟਰਨ ਕਰੂੰਗੀ 100 ਰੁਪਏ ਦੇ ਹਿਸਾਬ ਨਾਲ। ਅਸੀਂ ਐਕਸੈਪਟ ਤਾਂ ਕਰਾਂਗੇ ਮੇ ਬੀ ਉਹਦਾ ਰਿਟਰਨ ਆ ਜਿਹੜੀ ਹੋ ਸਕਦਾ ਕਿ ਜਿਹੜੀ ਇੰਟਰਸਟ ਰੇਟ ਆ ਉਹ ਬਹੁਤ ਵਧੀਆ ਹੋਵੇ, ਤਾਂ ਅਸੀਂ ਐਕਸੈਪਟ ਕਰ ਲਾਂਗੇ ਕਿ ਸਾਨੂੰ ਇੰਟਰਸਟ ਰੇਟ 'ਚੋਂ ਚੀਜ਼ ਅਮਾਊਂਟ ਕਵਰ ਹੋ ਜੂਗੀ ਐਜ਼ ਕੰਪੇਅਰ ਟੂ ਕਿ ਜੇ ਸਾਡਾ ਬੈਂਕ ਦੇ ਵਿੱਚ ਵੀ ਪੈਸਾ ਪਿਆ ਰਿਹਾ ਤਾਂ ਸਾਨੂੰ ਉਨਾ ਨਹੀਂ ਮਿਲੂਗਾ। ਕਲੀਅਰ ਬੱਚੇ? ਸੋ ਅਸੀਂ ਕਿਤੇ ਨਾ ਕਿਤੇ ਐਕਸੈਪਟ ਕਰ ਲੈਂਦੇ ਆ ਕਿ ਕੰਪਨੀ ਦੀ ਰੈਪੂਟੇਸ਼ਨ ਵਧੀਆ, ਸਾਡਾ ਪੈਸਾ ਨਹੀਂ ਗੁੰਮੂਗਾ, ਮਤਲਬ ਲੋਸਟ ਨਹੀਂ ਹੋਊਗਾ, ਤੇ ਇਸ ਕਰਕੇ ਸਾਨੂੰ ਰਿਟਰਨ ਵੀ ਮਿਲ ਰਹੀ ਆ। ਸੋ ਅਸੀਂ ਐਕਸੈਪਟ ਕਰ ਲਾਂਗੇ। ਹੋ ਸਕਦਾ ਕੰਪਨੀ ਕਹਿ ਦੇਵੇ ਕਿ ਤੁਹਾਨੂੰ ਅਸੀਂ 110 ਦੀ ਬਜਾਏ 115 ਰੁਪਏ ਮੋੜਾਂਗੇ, ਅਸੀਂ ਤਾਂ ਵੀ ਖੁਸ਼ ਹਾਂ।
बट जे कंपनी कहे भी तू मैं 110 रुपए का तुम मेरे तो खरीदो डिवेंचर्स मैनू 110 रुपये दो तो मैं थोनों पेमेंट करूँ 90 रुपये या 60 रुपये 80 रुपये 105 रुपये भी कहूँ असीं तां भी एक्सैप्ट नहीं करांगे। क्लीयर बच्चे। सो ये चीज़ नहीं पॉसीबल कि असीं इशू करिए डिवेंचर्स 110 रुपये हिसाब नाल ते डिस्काउंट तो असीं 90 रुपये असीं कहिए लै लो जी मेरे तो 1 लाख रुपये लै लो तो मेरे तो साल बाद मैनूं 90,000 दे दो। नैवर, ये कदे नहीं होगा। हाँ जी, ये हो सकता थर्ड केस कि जे कंपनी बच्चे इशू करे मिस्टर ए पर्सन ही है जिन्होंने कंपनी इशू कर दी है 90 रुपये के हिसाब नाल तां कंपनी कहे कि असीं तुहानूं 100 रुपया मोड़ांगे, असीं करांगे मोस्ट वेलकम, ठीक है जी, सानूं एक्सैप्टेबल है। जे कंपनी कहे कि मैं तुहानूं 110 रुपये मोड़ू असीं होर खुश हो जाएंगे कि ओके ठीक है असीं सानूं ये भी एक्सैप्टेबल है, तुसीं जिहड़े रिडीम करन दे टाइम सानूं 110 रुपये दे दिओ। बट जे कंपनी कहे कि मैं 90 रुपये की बजाय तेन 80 दूँ, कदे भी नहीं, सानू की बेनीफिट नहीं। सो इत्थे एक चीज समझण वाली है कि इशू ऑफ शेयर्स दे विच तां डिस्काउंट हो सकता जो ओवरऑल कंक्लूड है ਇਹਦਾ, बट रिडम्पशन दे टाइम डिस्काउंट नहीं होगा। ये रिडम्पशन है ਜਦੋਂ कंपनी ने पेमेंट दोबारा करनी आ उदों कदे भी डिस्काउंट ते नहीं कर सकती। क्लीयर बच्चे। सो ये जनरल एंट्रीज बन गई। जे तुसीं इहनूं चैक करोगे तो ये अपने 5-6 तरीके बनते हैं। देखो एट पार, एट प्रीमियम, एट पार, एट प्रीमियम। सो ये ऑलमोस्ट अपने 10-12 एंट्रीज बन गई, 10 केसिस बन जाएंगे। सो जिन्ने भी होए आप उस चीज़ को समझने की कोशिश करांगे वन बाय वन कि कंपनी किन्ने ते इशू कर दी है और किन्ने ते रिडीम कर दी है। हुण आपां जनरल एंट्री स्टार्ट करांगे। सो नाल नाल डिफरेंसिस समझांगे कि किवें हो सकदा। सो आपां इत्थे एक प्रैक्टिकल क्वेश्चन लैने, नाल नाल उस चीज़ को सॉल्व आउट करी जावांगे और इस चीज़ को समझांगे कि जनरल एंट्रीज किवें होंदियां। देखो फर्स्ट केस लैने आपां, केस 1। केस 1 बच्चे कि सपोज करो कंपनी इशू कर दिया डिवेंचर्स। सो आपां केस 1 ना बच्चे इसी चीज़ को बना लेने। आ अपना केस 1 हो गया, केस 2 एंड केस 3। केस 1 दे अंदर दो चीज़ां ने कि सपोज करो कंपनी ने डिवेंचर इशू किए 100 रुपये के हिसाब नाल ते रिडीम किए 100 रुपये के हिसाब नाल, फिर अपनी जनरल एंट्रीज की होणगियां। सैकेंड केस की होगा कि 100 रुपये के हिसाब नाल इशू किए ते 110 रुपये के हिसाब नाल रिडीम किए। अच्छा बच्चे एक गल क्लीयर कर लेंदा मैं तुहानूं कि जिहड़ियां जनरल एंट्रीज आ आपां इशू ऑफ डिवेंचर्स दियां पा रहे हैं। इशू ऑफ डिवेंचर्स के टाइम ते आपां जनरल एंट्रीज पा रहे हैं, बट रिडीम के टाइम नहीं पा रहे, हजे रिडम्पशन दी एंट्रीज नहीं पा रहे। बट एक चीज़ ध्यान रखियो कि जो इशू ऑफ डिवेंचर्स दी एंट्रियां पाउणियां एक गल ध्यान रखनी पैनी है कि उन्होंने रिडीम किन्ने ते करना, ये चीज़ बड़ी इंपॉर्टेंट है। सो फर्स्ट केस के अंदर दो पार्ट ने, मैं इत्थे लिख देना और दोनों की आपां जनरल एंट्रीज करांगे कि सपोज करो कंपनी ने 10% डिवेंचर इशू किए, 10% डिवेंचर इशू किए, इशूड एट ₹100 एंड repayable at ₹100। क्लियर बच्चे। सो फर्स्ट केस आ गया। देखो 100 रुपये के हिसाब नाल इशू किया, रीपेएबल 100 के हिसाब नाल, ये अपना फर्स्ट केस है। सो यदी जनरल एंट्री की होगी। बच्चे एक चीज इत्थे बड़ी क्लीयर समझ लो, मैं दोबारा रिपीट करा कि इशू ऑफ डिवेंचर के हिसाब नाल, बट आपां नूं ये चीज़ नाल नाल पता होनी चाहिए कि रिडीम के वेले असीं कितनी पेमेंट करनी। सो उस हिसाब नाल अपने जनरल एंट्रीज ते जरूर इफेक्ट पऊगा। सो देखो इत्थे अच्छा एक चीज़ होर आपां इत्थे मन के चल रहे हैं कि जिहड़ी कंपनी है वो एक वारी दे विच ही पैसा कलैक्ट कर रही है। मोस्टली जो भी ये रिडम्पशन की गल आ जूगी तो कंपनी इदां ही कहती है कि असीं इकट्ठा पैसा कलैक्ट कर लिया, मतलब 100 रुपया असीं एप्लीकेशन च ही मंगवा लिया। सो इहदी फर्स्ट एंट्री की होगी, की होगी बच्चे, फर्स्ट एंट्री होगी बैंक अकाउंट डेबिट, सानू पैसा आ गया टू डिबेंचर एप्लीकेशन। क्लियर बच्चे। सो आपां नूं एप्लीकेशंस आ गई। सो सैकेंड एंट्री की होगी, सिंपल जी एंट्री इन द सैकेंड। नॉर्मली इत्थे तुहानूं देखण नूं लगेगा कि साडियां एंट्रियां सेम ने, इक्विटी शेयर होल्डर भी यही पैंदी सी, बैंक अकाउंट डेबिट टू इक्विटी शेयर होल्डर। सैकेंड एंट्री की होगी डिबेंचर
ਅਕਾਊਂਟ ਡੈਬਿਟ ਟੂ ਬੱਚੇ ਇੱਥੇ ਆਪਾਂ ਜਿਹੜਾ ਆਪਣਾ ਇੰਟਰਸਟ ਰੇਟ ਹੋਊਗਾ ਉਹ ਆਪਾਂ ਅੱਗੇ ਲਿਖ ਦੇਣਾ ਟੂ 10% डिवेंचर्स अकाउंट। कैपिटल नहीं लिखना, शेयर कैपिटल नहीं लिखना क्योंकि शेयर कैपिटल का पार्ट नहीं, ये लॉन्ग टर्म लाइबिलिटी का पार्ट है। सो एंट्री कितनी है, साडे कोल कितना रुपया आया, इशू की गल करनी है 100 रुपया, रिडीम तो सिर्फ देखना वा सी, आप इशू की जनरल एंट्रीज पा रही हैं। बैंक अकाउंट साडा 100 रुपया आया, काहदा आया 100 रुपया एप्लीकेशन का आया, क्लीयर। और साडी जी एप्लीकेशन सी उसी कित्थे ट्रांसफर करती, असी ट्रांसफर करती बच्चे हो डिवेंचर अकाउंट दे विच। सो ये अपनी सिंपल जी जनरल एंट्री पै गई है कि जे डिवेंचर्स इशूड भी एट पार ने, जे अपने डिवेंचर्स बच्चे इशूड एट पार ने, एट पार ते इशू ने ते रिडीम भी एट पार ते ने। इस चीज नूं समझी जा रहे बच्चे, ये बड़ा इंटरस्टिंग है कि एट पार ते ही इशू ने ते एट पार ते ही रिडीम ने। ये अपना फर्स्ट केस हो गया, एट पार ते ही इशू ने ते एट पार ते ही रिडीम ने। सो दियां सिंपल दियां दो जनरल एंट्रीज पै जाणगियां बच्चे, क्लीयर। हुण आपां गल करदे हां सैकेंड केस दी। सैकेंड केस आपां इत्थे ही कर लैंदे हां। सैकेंड केस की आ, ध्यान नाल समझो। सैकेंड केस दे अंदर बच्चे इशू होया एट पार दे उपर, रिडीम होया 110 रुपए के हिसाब नाल प्रीमियम दे उपर, क्लीयर। सो बच्चे सैकेंड केस की आ, जेडे इशू होया 110 रुपए के हिसाब नाल ते रिडीम होया, सॉरी इशू होए 100 रुपए के हिसाब नाल ते रिडीम होए 110 रुपए के हिसाब नाल। देखो केस 1 दे अंदर बच्चे ध्यान नाल समझी आयो, कन्फ्यूज ना होयो। केस 1 दे अंदर आपां सैकेंड पार्ट कर रहे हैं, क्लीयर। इशूड होए 100 रुपए के हिसाब नाल ते रिडीम होए 110 रुपए के हिसाब नाल। ਹੁਣ ਇਹ ਚੀਜ਼ ਸਮਝੋ, ਇੱਥੇ ਜਨਰਲ ਐਂਟਰੀਜ਼ ਜਿਹੜੀਆਂ ਪਿੱਛੇ ਇਕੁਇਟੀ ਸ਼ੇਅਰ ਜਾਂ ਪ੍ਰੈਫਰੈਂਸ ਸ਼ੇਅਰਸ ਕਰਦੇ ਆਏ ਹੋ ਉਹਦੇ ਨਾਲ ਡਿਫਰੈਂਸ ਆ ਜਾਂਦਾ। ਇੱਥੇ ਹੁਣ ਕੀ ਡਿਫਰੈਂਸ ਹੁੰਦਾ ਇਸ ਚੀਜ਼ ਨੂੰ ਸਮਝੋ। ਦੇਖੋ ਕੰਪਨੀ ਨੇ ਜਿਹੜੇ ਡਿਬੈਂਚਰਸ ਆ ਉਹ ਇਸ਼ੂ ਕਰਨੇ ਆ 100 ਰੁਪਏ ਦੇ ਹਿਸਾਬ ਨਾਲ, ਕਲੀਅਰ। ਕੰਪਨੀ ਨੂੰ 100 ਰੁਪਇਆ ਆਉਣਾ ਤੇ ਕੰਪਨੀ ਨੇ ਵਾਪਸ ਕਰਨੇ 110 ਰੁਪਇਆ। ਆ 10 ਰੁਪਏ ਕੀ ਆ, ਲੌਸ ਆ। ਹੁਣ ਬੱਚੇ ਲੌਸ ਆ ਔਰ ਆਪਾਂ ਨੂੰ ਅੱਜ ਹੀ ਪਤਾ, ਅੱਜ ਹੀ ਕੰਪਨੀ ਨੇ ਡਿਬੈਂਚਰਸ ਇਸ਼ੂ ਕੀਤੇ ਤੇ ਕੰਪਨੀ ਨੂੰ ਪਤਾ ਵਾ ਕਿ ਸਾਲ ਬਾਅਦ ਮੈਨੂੰ 10 ਰੁਪਏ ਦਾ ਘਾਟਾ ਪੈਣ ਵਾਲਾ। ਇੱਥੇ 10 ਰੁਪਏ ਨਾ ਸਮਝਿਓ, ਜੇ ਗੱਲ ਕੀਤੀ ਜਾਊਗੀ 1000 ਡਿਬੈਂਚਰਸ ਦੀ ਐਟ ₹100 ਈਚ ਤਾਂ ਉਹ 1 ਲੱਖ ਰੁਪਇਆ ਬਣ ਗਿਆ। ਅੱਜ ਕੰਪਨੀ 1 ਲੱਖ ਰੁਪਏ ਦੇ ਡਿਬੈਂਚਰਸ ਇਸ਼ੂ ਕਰ ਰਹੀ ਆ ਤਾਂ ਸਾਲ ਬਾਅਦ ਜਦੋਂ ਕੰਪਨੀ 1,10,000 ਰੁਪਏ ਦੇ ਡਿਬੈਂਚਰਸ ਰੀਪੇਮੈਂਟ ਕਰੂਗੀ, ਰੀਪੇਮੈਂਟ ਆਹ ਕੀ ਹੈ ਇਸ਼ੂ ਦੇ ਵਕਤ ਰੀਪੇਮੈਂਟ ਕਰੂਗੀ ਤਾਂ ਉਹ 1,10,000 ਰੁਪਇਆ ਬਣ ਜਾਣਾ। ਸੋ ਕਹਿਣ ਦਾ ਮਤਲਬ ਉਹੀ ਆ ਕਿ ਇੱਥੇ 10,000 ਰੁਪਏ ਦਾ ਜਿਹੜਾ ਲੌਸ ਹੋ ਜਾਣਾ। ਉਹ ਓਵਰਆਲ ਡਿਪੈਂਡ ਕਰਦਾ ਕਿੰਨੇ ਦੀ ਆਪਾਂ ਡਿਬੈਂਚਰਸ ਇਸ਼ੂ ਕਰਦੇ ਹਾਂ, ਬਟ ਆਪਾਂ ਇੱਥੇ ਸਿੰਪਲੀ ਸਮਝਣ ਦੀ ਕੋਸ਼ਿਸ਼ ਕਰਾਂਗੇ 100 ਰੁਪਏ ਤੇ 110 ਰੁਪਏ ਦੇ ਹਿਸਾਬ ਨਾਲ। ਕਿ ਸਪੋਜ਼ ਕਰੋ ਕੰਪਨੀ ਨੂੰ ਕੀ ਆ ਬੱਚੇ 100 ਰੁਪਏ ਦੇ ਇਸ਼ੂ ਕਰੀਏ ਤੇ ਕੰਪਨੀ ਨੂੰ ਪਤਾ ਵਾ ਕਿ ਅੱਜ ਤੋਂ 3 ਸਾਲਾਂ ਬਾਅਦ 2 ਸਾਲਾਂ ਬਾਅਦ ਜਾਂ ਸਾਲ ਬਾਅਦ ਮੈਨੂੰ 110 ਰੁਪਏ ਦੀ ਰੀਪੇਮੈਂਟ ਕਰਨੀ ਪੈਣੀ ਆ, ਮੈਨੂੰ 10,000 ਰੁਪਏ ਦਾ ਘਾਟਾ ਖਾਣਾ ਪੈਣਾ। ਤਾਂ ਤੁਸੀਂ ਇੱਕ ਪ੍ਰਿੰਸੀਪਲ ਸੁਣੇ ਹੋਣੇ ਆ, ਪ੍ਰਿੰਸੀਪਲ ਆਫ ਪ੍ਰੂਡੈਂਸ ਬੱਚੇ। ਇੱਕ ਇੱਥੇ ਮੈਂ ਲਿਖ ਦਿੰਦਾ ਪ੍ਰਿੰਸੀਪਲ ਆਫ ਪ੍ਰੂਡੈਂਸ। ਪ੍ਰੂਡੈਂਸ ਕੀ ਪ੍ਰਿੰਸੀਪਲ ਕਹਿ ਰਿਹਾ ਸੀਗਾ, ਉਹਨੇ ਇਹ ਚੀਜ਼ ਦੱਸੀ ਸੀਗੀ ਆਪਾਂ ਨੂੰ ਇਸ ਪ੍ਰਿੰਸੀਪਲ ਦੇ ਅੰਦਰ ਬੱਚੇ ਕਿ ਆਪਾਂ ਜਿਹੜਾ ਬੱਚੇ ਜੇ ਫਿਊਚਰ ਦੇ ਵਿੱਚ ਪ੍ਰੂਡੈਂਸ ਕੀ ਕਹਿੰਦਾ ਸੀ, ਜੇ ਤੁਸੀਂ ਰਿਵਾਈਜ਼ ਕਰਨਾ ਹੋਵੇ ਇਹ ਅਕਾਊਂਟਿੰਗ ਦਾ ਪ੍ਰਿੰਸੀਪਲ ਸੀ ਕਿ ਲੌਸ ਆਪਾਂ ਸ਼ੋ ਕਰਨੇ ਆ, all losses ਆਪਾਂ ਸ਼ੋ ਕਰਨੇ ਆ, ਬਟ ਪ੍ਰੋਫਿਟ ਔਰ ਗੇਨ ਕੀ ਆ ਬੱਚੇ ਆਪਾਂ ਇਗਨੋਰ ਕਰਨੇ ਆ। ਪ੍ਰੋਫਿਟ ਔਰ ਗੇਨ ਜੋ ਸਾਨੂੰ ਫਿਊਚਰ ਦੇ ਵਿੱਚ ਜੇ ਕੋਈ ਲੌਸਿਸ ਹੋਣੇ ਆ ਤਾਂ ਅਸੀਂ ਜ਼ਰੂਰ ਸ਼ੋ ਕਰਨਾ, ਤੇ ਜੇ ਗੇਨ ਤੇ ਪ੍ਰੋਫਿਟ ਹੋ ਰਿਹਾ ਉਹ ਆਪਾਂ ਇਗਨੋਰ ਕਰ ਸਕਦੇ ਹਾਂ, ਉਹ ਇਗਨੋਰ ਹੀ ਕਰਨੇ ਨੇ, ਕਲੀਅਰ। ਸੋ ਇਸ ਪ੍ਰਿੰਸੀਪਲ ਨੂੰ ਫੋਲੋ ਕਰਦੇ ਹੋਏ ਆਪਾਂ ਨੂੰ ਬੱਚੇ ਇਹ ਚੀਜ਼ ਸ਼ੋ ਕਰਨੀ ਪੈਣੀ ਆ ਕਿ ਦਿਖਾਉਣਾ ਹੀ ਪੈਣਾ ਕਿ ਸਾਨੂੰ ਫਿਊਚਰ ਦੇ ਵਿੱਚ ਲਾਸ ਹੋ ਰਿਹਾ। ਸੋ ਇੱਥੇ ਆ ਕੇ ਜਨਰਲ ਐਂਟਰੀ ਬਦਲ ਜਾਂਦੀ ਹੈ, ਇਸ ਚੀਜ਼ ਸਮਝਣ ਲਈ ਸੀਗੀ। ਇੱਥੇ ਆ ਕੇ ਜਨਰਲ ਐਂਟਰੀ ਕੀ ਹੋਊਗੀ ਧਿਆਨ ਨਾਲ ਸਮਝੋ। ਫਸਟ ਐਂਟਰੀ ਹੋਊਗੀ ਕਿ ਮੈਨੂੰ ਬੈਂਕ ਦੇ ਵਿੱਚ ਪੈਸਾ ਆਇਆ, ਬੈਂਕ ਅਕਾਊਂਟ ਡੈਬਿਟ ਟੂ ਕਿੱਥੋਂ ਆ ਰਿਹਾ, ਆਪਾਂ ਹਜੇ ਡਿਬੈਂਚਰ ਐਪਲੀਕੇਸ਼ਨਸ ਮੰਗਵਾ ਰਹੇ ਹਾਂ, ਪੂਰਾ ਪੈਸਾ ਮੰਗਵਾ ਲਿਆ ਅਸੀਂ ਇੱਕ ਵਾਰੀ ਦੇ ਵਿੱਚ ਹੀ,
ਪੂਰਾ ਪੈਸਾ ਸਾਨੂੰ ਕਿੰਨਾ ਆਊਗਾ ਬੱਚੇ 100 ਰੁਪਿਆ ਹੀ ਆਊਗਾ, ਤਾਂ ਅਸੀਂ 100 ਰੁਪਿਆ ਇੱਥੇ ਪਾ ਦਾਂਗੇ। ਬਟ ਇੱਥੇ ਆ ਕੇ ਜਨਰਲ ਐਂਟਰੀ ਚੇਂਜ ਹੋ ਜਾਂਦੀ ਆ, ਧਿਆਨ ਨਾਲ ਗੱਲ ਸਮਝੋ, ਇਕੁਇਟੀ ਸ਼ੇਅਰ ਪ੍ਰੈਫਰੈਂਸ ਸ਼ੇਅਰ ਹੋਲਡਰ ਨਾਲੋਂ। ਹਾਲਾਂਕਿ ਆਪਾਂ ਇਹ ਇਸ਼ੂ ਆਫ ਡਿਵੈਂਚਰਸ ਦੀਆਂ ਹੀ ਐਂਟਰੀਆਂ ਕਰ ਰਹੇ ਨੇ, ਬਟ ਇੱਥੇ ਆ ਕੇ ਜਦੋਂ ਆਪਾਂ ਨੂੰ ਪਤਾ ਲੱਗ ਜਾਏ ਸਾਨੂੰ ਲਾਸ ਹੋਣਾ, ਤਾਂ ਇੱਥੇ ਆ ਕੇ ਜਿਹੜੀ ਐਂਟਰੀ ਆ ਉਹ ਬਦਲ ਜਾਂਦੀ ਹੈ। ਐਂਟਰੀ ਕੀ ਬਦਲੂਗੀ, ਧਿਆਨ ਨਾਲ ਸਮਝੋ। ਦੇਖੋ ਡਿਵੈਂਚਰਸ ਐਪਲੀਕੇਸ਼ਨ ਅਕਾਊਂਟ ਡੈਬਿਟ ਕਿੰਨਾ 100 ਰੁਪਿਆ, ਆਪਾਂ ਹਾਂ ਡੈਬਿਟ ਕ੍ਰੈਡਿਟ ਸੀਗਾ ਤਾਂ ਡੈਬਿਟ ਕਰਤਾ, ਕੋਈ ਚੇਂਜਸ ਨਹੀਂ। ਅਸੀਂ ਟ੍ਰਾਂਸਫਰ ਕਿੱਥੇ ਕਰ ਦਿੰਦੇ ਆ, ਟੂ ਡਿਵੈਂਚਰ। ਕਿੱਥੇ ਟ੍ਰਾਂਸਫਰ ਕਰਦੇ ਆ, ਟੂ ਡਿਵੈਂਚਰ ਅਕਾਊਂਟ ਦੇ ਵਿੱਚ। ਕਿੰਨਾ 100 ਰੁਪਿਆ। ਇਹ ਅਸੀਂ ਵਧਾ ਕੇ ਨਹੀਂ ਦੱਸ ਸਕਦੇ, ਇਹ ਅਸੀਂ 110 ਨਹੀਂ ਦੱਸਣਾ। ਡਿਵੈਂਚਰ ਦੀ ਜਿਹੜੀ ਫੇਸ ਵੈਲਿਊ ਉਹ ਤਾਂ 100 ਰੁਪਿਆ ਹੀ ਹੈ ਨਾ, ਚਾਹੇ ਅਸੀਂ ਰਿਡੀਮ ਕਰਨ ਵੇਲੇ 110 ਦੇਣੇ, ਬਟ ਹੈਗੀ ਤਾਂ 100 ਰੁਪਿਆ ਨਾ। ਬਟ ਜਿਹੜੀ ਸਾਡੀ ਵੈਲਿਊ ਆ ਉਹ ਅਸੀਂ ਰਿਟਰਨ ਕਿੰਨੀ ਕਰਨੀ ਹੈ, 110 ਰੁਪਏ ਹਿਸਾਬ ਨਾਲ। ਤਾਂ ਅੱਗੇ ਆਪਾਂ ਇੱਥੇ ਲਿਖ ਦਿੰਦੇ ਸਿਕਿਉਰਿਟੀ ਪ੍ਰੀਮੀਅਮ ਆ ਗਿਆ, ਨਹੀਂ, ਇੱਥੇ ਅਸੀਂ ਲਿਖਾਂਗੇ ਸਾਨੂੰ ਪੇਮੈਂਟ ਕਾਹਦੀ ਕਰਨੀ ਪੈਣੀ ਹੈ, ਪ੍ਰੀਮੀਅਮ ਦੀ। ਪ੍ਰੀਮੀਅਮ ਬਟ ਹੈ ਕਾਹਦਾ, ਉਹ ਸਿਕਿਉਰਿਟੀ ਪ੍ਰੀਮੀਅਮ ਨਹੀਂ, ਸਿਕਿਉਰਿਟੀ ਪ੍ਰੀਮੀਅਮ ਤੇ ਪ੍ਰੀਮੀਅਮ ਔਨ ਇਹ ਕਾਹਦਾ ਵਾ, ਰਿਡਮਸ਼ਨ। ਮਤਲਬ ਜਦੋਂ ਅਸੀਂ ਰਿਡੀਮ ਕਰਨੇ ਆ ਉਦੋਂ ਸਾਨੂੰ ਸਿਕਿਉਰਿਟੀ ਪ੍ਰੀਮੀਅਮ ਦੇਣਾ ਪੈਣਾ, ਇਹਦਾ ਮਤਲਬ ਇਹ ਹੈ। ਇੱਥੇ ਸਾਨੂੰ 110 ਰੁਪਏ ਦੇਣੇ ਪੈਣੇ ਆ, 10 ਰੁਪਏ ਕਾਹਦੇ ਦੇਣੇ ਪੈਣੇ ਆ, ਪ੍ਰੀਮੀਅਮ ਦੇ। ਕਲੀਅਰ ਬੱਚੇ, ਇਸ ਚੀਜ਼ ਨੂੰ ਸਮਝਿਓ ਕਿ ਐਪਲੀਕੇਸ਼ਨ ਸਾਨੂੰ 100 ਰੁਪਿਆ ਆ, ਸਾਡੇ ਡਿਬੈਂਚਰ ਦੀ ਵੈਲਿਊ 100 ਰੁਪਿਆ ਹੀ ਆ, ਬਟ ਜਿਹੜੇ ਸਾਨੂੰ 10 ਰੁਪਏ ਐਕਸਟਰਾ ਵਾਪਸ ਕਰਨੇ ਪੈਣੇ ਆ, ਉਹ ਕਾਹਦੇ ਕਰਨੇ ਪੈਣੇ ਆ, ਪ੍ਰੀਮੀਅਮ ਦੇ ਕਰਨੇ ਪੈਣੇ ਆ। ਸੋ ਇਹ ਪ੍ਰੀਮੀਅਮ ਕੰਪਨੀ ਲਈ ਕੀ ਆ, ਲਾਸ ਆ। ਕਾਹਦਾ ਲਾਸ ਆ, ਲਾਸ ਔਨ ਇਸ਼ੂ ਆਫ ਡਿਬੈਂਚਰਸ। ਜਿਹੜੇ ਅਸੀਂ ਡਿਬੈਂਚਰ ਇਸ਼ੂ ਕੀਤੇ ਉਹ ਤੇ ਸਾਨੂੰ 10 ਰੁਪਏ ਘਾਟਾ ਪੈ ਗਿਆ। ਬੱਚੇ ਆਹ ਐਂਟਰੀ ਸਮਝ ਲਓ, ਜੇ ਤੁਹਾਨੂੰ ਆਹ ਐਂਟਰੀ ਸਮਝ ਲੱਗ ਗਈ ਤਾਂ ਸਮਝ ਲਓ ਪੂਰਾ ਚੈਪਟਰ ਸਮਝ ਲੱਗ ਗਿਆ। ਇਸ ਐਂਟਰੀ ਤੇ ਹੀ ਤੁਹਾਡਾ ਸਾਰਾ ਚੈਪਟਰ ਖੜਾ ਵਾ। ਕਲੀਅਰ ਬੱਚੇ, ਮੈਂ ਰਿਪੀਟ ਕਰ ਦਿੰਦਾ, ਆਪਣੀ ਸ਼ੇਅਰ ਐਪਲੀਕੇਸ਼ਨ ਦੇ ਵਿੱਚ ਸਾਨੂੰ 100 ਰੁਪਏ ਆਉਣਾ ਸੀਗਾ, ਅਸੀਂ 100 ਰੁਪਏ ਡਿਬੈਂਚਰ ਹੋਲਡਰ ਨੂੰ ਟ੍ਰਾਂਸਫਰ ਕਰਨਾ ਸੀ, ਬਟ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਜਦੋਂ ਰਿਟਰਨ ਕਰਨੀ ਆ ਪੇਮੈਂਟ ਉਦੋਂ ਇਹਨੇ ਪ੍ਰੀਮੀਅਮ ਦੇਣਾ। ਅੱਛਾ, ਇਹ ਇੱਥੇ ਕਿਉਂ ਲਿਖਿਆ ਗਿਆ, ਇਸ ਚੀਜ਼ ਨੂੰ ਸਮਝੋ। ਦੇਖੋ ਸਪੋਜ਼ ਕਰੋ ਅੱਜ ਆਪਾਂ ਡਿਬੈਂਚਰ ਐਪਲੀਕੇਸ਼ਨ ਟੂ ਡਿਬੈਂਚਰ ਅਕਾਊਂਟ ਮੰਗਵਾ ਲਿਆ, ਤਾਂ ਜੇ ਇਹਦੀ ਕਟਿੰਗ ਐਂਟਰੀ ਜਿਹੜੀ ਬੇਸਿਕਲੀ ਐਂਟਰੀ, ਜਿੱਦ ਮੈਂ ਤੁਹਾਨੂੰ ਇਸ ਚੀਜ਼ ਨੂੰ ਐਗਜ਼ਾਮਪਲ ਦੇ ਰਾਹੀਂ ਸਮਝਦੇ ਆਪਾਂ ਐਂਟਰੀ ਲਿਖਦੇ ਹਾਂ, ਬੈਂਕ ਅਕਾਊਂਟ ਡੈਬਿਟ ਟੂ ਡਿਬੈਂਚਰ ਐਪਲੀਕੇਸ਼ਨ, ਮੈਂ ਸ਼ਾਰਟ 'ਚ ਲਿਖ ਰਿਹਾ। ਸੈਕਿੰਡ ਐਂਟਰੀ ਕੀ ਪਾਉਂਦੇ ਆਪਾਂ ਜਦੋਂ ਆਪਾਂ ਇਸ਼ੂ ਕਰਦੇ ਹਾਂ, ਡਿਬੈਂਚਰ ਐਪਲੀਕੇਸ਼ਨ ਟੂ ਡਿਬੈਂਚਰ ਅਕਾਊਂਟ। ਆ ਜਿਹੜਾ ਡੈਬਿਟ ਤੇ ਕ੍ਰੈਡਿਟ ਕੱਟਿਆ ਜਾਂਦਾ, ਨਾਰਮਲੀ ਐਂਟਰੀ ਕਹਿੰਦੇ ਨੇ ਬੈਂਕ ਅਕਾਊਂਟ ਡੈਬਿਟ ਟੂ ਡਿਬੈਂਚਰ ਅਕਾਊਂਟ, ਮਤਲਬ ਸਾਡੇ ਕੋਲ ਪੈਸਾ ਆਇਆ, ਕਾਹਦਾ ਆਇਆ, ਡਿਬੈਂਚਰਸ ਦਾ। ਹੁਣ ਜਦੋਂ ਆਪਾਂ ਡਿਬੈਂਚਰਸ ਦੀ ਦੁਬਾਰਾ ਰੀਪੇਮੈਂਟ ਕਰਨੀ ਆ, ਉਦੋਂ ਸਾਡੀ ਐਂਟਰੀ ਕੀ ਹੋਊਗੀ, ਇੰਟਰਚੇਂਜ ਹੋ ਜੂਗੀ। ਜਿਹੜਾ ਕ੍ਰੈਡਿਟ ਆ ਉਹ ਡੈਬਿਟ ਹੋ ਜੂਗਾ, ਬੈਂਕ ਰਾਹੀਂ ਸਾਡੇ ਕੋਲ ਪੇਮੈਂਟ ਚਲੀ ਜਾਊਗੀ। ਫਿਰ ਕੀ ਹੋ ਜੂਗਾ, ਡਿਬੈਂਚਰ ਅਕਾਊਂਟ ਡੈਬਿਟ ਟੂ ਬੈਂਕ ਅਕਾਊਂਟ, ਇਹ ਉੱਪਰ ਚਲੀ ਜਾਊ, ਇਹ ਥੱਲੇ ਆ ਜੂਗੀ। ਮੀਨਸ ਜਿਹੜੀ ਆਪਣੀ ਐਂਟਰੀ ਜਦੋਂ ਆਪਾਂ ਰੀਪੇਮੈਂਟ ਕਰਨੀ ਆ ਉਦੋਂ ਬਣ ਜਾਂਦੀ ਆ ਡਿਬੈਂਚਰ ਅਕਾਊਂਟ ਟੂ ਬੈਂਕ ਅਕਾਊਂਟ। ਸੋ ਇਹੀ ਚੀਜ਼ ਇੱਥੇ ਆ, ਜੋ ਅਸੀਂ ਰੀਪੇਮੈਂਟ ਕਰਾਂਗੇ ਤਾਂ ਆਹ ਜਿਹੜਾ ਰਿਡਮਸ਼ਨ ਆਫ ਪ੍ਰੀਮੀਅਮ ਆ ਇਹ ਵੀ ਸਾਡਾ ਡੈਬਿਟ ਹੋ ਜੂਗਾ। ਪ੍ਰੀਮੀਅਮ ਔਨ ਰਿਡਮਸ਼ਨ 10 ਰੁਪਏ ਇਹਦੇ ਬਣ ਜਾਣਗੇ, 100 ਰੁਪਇਆ ਇਹਦਾ ਬਣ ਜੂਗਾ ਸਾਡਾ, ਔਰ ਐਂਟਰੀ ਕੀ ਬੈਂਕ ਤੋਂ ਸਾਡੇ ਕੋਲ ਕਿੰਨੇ ਖਾਤੇ ਚ ਲੈਣਗੇ, 110 ਰੁਪਏ। ਇਹ ਸਾਡੀ ਰਿਡੀਮ ਦੀ ਐਂਟਰੀ। ਇਹ ਬੇਸਿਕ ਅਸਲ ਦੇ ਵਿੱਚ ਆਪਾਂ ਬਾਅਦ ਚੋਂ ਕਰਨੀ ਹੈ, ਇਹ ਜਸਟ ਤੁਹਾਡੇ ਸਮਝਣ ਲਈ ਸੀਗਾ ਕਿ ਆਪਾਂ ਇਹਨੂੰ ਕ੍ਰੈਡਿਟ ਕਿਉਂ ਕਰਦੇ ਹਾਂ, ਕਿਉਂਕਿ ਜਦੋਂ ਅਸੀਂ ਰੀਪੇਮੈਂਟ ਕਰਨੇ ਆ ਉਦੋਂ ਅਸੀਂ ਇਹਨੂੰ ਡੈਬਿਟ ਕਰ ਦਾਂਗੇ ਤੇ ਉਹੀ ਪੈਸਾ ਅਸੀਂ ਬੈਂਕ 'ਚ ਸ਼ੋ ਕਰ ਦਾਂਗੇ। ਕਲੀਅਰ ਬੱਚੇ, ਸੋ ਬੈਕ ਟੂ ਵਰਕ। ਹਜੇ ਹੀ ਸਮਝੋ ਕਿ ਇਹਨੂੰ ਕ੍ਰੈਡਿਟ ਕਰ ਦਾਂਗੇ ਤੇ ਇਹਨਾਂ ਨੂੰ ਜਿਹੜਾ ਬੈਲੈਂਸਿੰਗ ਕਰਨ ਦੇ ਲਈ ਡੈਬਿਟ ਇਕੁਅਲਸ ਟੂ ਕ੍ਰੈਡਿਟ ਸਾਨੂੰ 10 ਰੁਪਏ ਸ਼ੋ ਕਰਨਾ ਪੈਣਾ ਕਿ ਸਾਨੂੰ ਲਾਸ ਹੋਇਆ, ਅਸੀਂ ਡਿਬੈਂਚਰਸ ਜਿਹੜੇ ਇਸ਼ੂ ਕੀਤੇ। ਸੋ ਇਹ ਸੀਗੇ ਆਪਣੇ ਫਸਟ ਕੇਸ ਦੇ ਅੰਦਰ ਦੋ ਪਾਰਟ। ਦੇਖੋ ਫਸਟ ਕੇਸ ਦੇ ਅੰਦਰ ਦੋ ਪਾਰਟ, ਪਹਿਲਾ 100 ਰੁਪਏ ਦਾ ਐਟ ਪ੍ਰੀਮੀਅਮ ਵੀ 100, ਸੈਕਿੰਡ 100 ਤੇ ਇਸ਼ੂ ਕਰਾਂਗੇ ਤੇ ਰਿਡੀਮ ਕਰਾਂਗੇ 110 ਰੁਪਏ ਹਿਸਾਬ ਨਾਲ। ਹੁਣ ਆਪਾਂ ਸੈਕਿੰਡ ਕੇਸ ਕੀ ਕਰਾਂਗੇ ਕਿ ਅਸੀਂ ਇਸ਼ੂ ਕਰਾਂਗੇ 110 ਰੁਪਏ ਦੇ ਹਿਸਾਬ ਨਾਲ ਤੇ ਐਟ ਪਾਰ ਤੇ ਅਸੀਂ ਰਿਡੀਮ ਕਰਾਂਗੇ, ਜਾਂ ਇਸ਼ੂ ਕਰਾਂਗੇ 110 ਰੁਪਏ ਦੇ ਹਿਸਾਬ ਨਾਲ ਤੇ ਰਿਡੀਮ ਕਰਾਂਗੇ 115 ਦੇ ਹਿਸਾਬ ਨਾਲ। ਸੋ ਆਪਾਂ ਹੁਣ ਸੈਕਿੰਡ ਕੇਸ ਦੇ ਵੱਲ ਚੱਲਦੇ ਹਾਂ। ਸੋ ਸੈਕਿੰਡ ਕੇਸ ਦੇ ਅੰਦਰ ਕੀ ਆ, 10% ਰਿਡਮਸ਼ਨ ਜਿਹੜੇ ਕਿ ਇਸ਼ੂ ਕੀਤੇ ਗਏ ਪ੍ਰੀਮੀਅਮ ਤੇ, ਬਟ ਆਪਾਂ ਰਿਡੀਮ ਕਰਨੇ ਆ ਐਟ ਪਾਰ ਦੇ ਉੱਪਰ। ਮੈਂ ਉਹੀ ਕੇਸਿਸ ਲੈ ਰਿਹਾ ਬੱਚੇ, ਆਪ ਜਸਟ ਚੈੱਕ ਕਰ ਲਓ ਇਸ ਚੀਜ਼ ਨੂੰ ਸਮਝਣ ਦੇ ਲਈ ਕਿ ਸੈਕਿੰਡ ਕੇਸ ਦੇ ਅੰਦਰ ਜਿਹੜਾ ਫਸਟ ਪਾਰਟ ਆ 110 ਰੁਪਏ ਦਾ ਸ਼ੇਅਰ ਇਸ਼ੂ ਕੀਤੇ ਤੇ 100 ਰੁਪਏ ਤੇ ਰਿਡੀਮ ਕੀਤੇ, 110 ਰੁਪਏ ਪ੍ਰੀਮੀਅਮ ਤੇ ਇਸ਼ੂ ਕੀਤੇ ਤੇ ਰਿਡੀਮ ਕਰਿਆ ਆਪਾਂ 100 ਰੁਪਏ ਦੇ ਹਿਸਾਬ ਨਾਲ। ਸੋ ਇਸ ਟਾਈਮ ਜਨਰਲ ਐਂਟਰੀਜ਼ ਕੀ ਹੋਣਗੀਆਂ,
सो इस टाइम जनरल एंट्रीज बचे, सब तो पहली एंट्री अपनी सेम रहूगी, आप जल्दी जल्दी कवर करिए। बैंक अकाउंट डेबिट, सानू पैसा आ गया, कित्थों आया जी, डिबेंचर एप्लीकेशन तो 110 रुपए। ਜਦੋਂ ਪ੍ਰੀਮੀਅਮ ਬੈਂਕ ਚ ਆਉਂਦਾ ਤਾਂ ਬੈਂਕ ਦੇ ਵਿੱਚ ਕਦੇ ਵੀ ਨੋਟ ਤੇ ਲਿਖਿਆ ਨਹੀਂ ਹੁੰਦਾ ਵੀ ਡਿਸਕਾਊਂਟ ਆ ਜਾਂ ਪ੍ਰੀਮੀਅਮ ਆ, ਸੋ ਬੈਂਕ ਦੇ ਵਿੱਚ ਆਪਾਂ ਨੂੰ ਸਿੰਪਲ ਪੈਸੇ ਆਉਂਦੇ ਆ, ਸੋ ਆਪਾਂ ਸਿੰਪਲ ਜੀ ਐਂਟਰੀ ਸ਼ੋ ਕਰ ਦਾਂਗੇ ਕਿ ਸਾਨੂੰ ਬੈਂਕ ਦੇ ਵਿੱਚ ਪੈਸੇ ਆ ਗਏ। ਹੁਣ ਆਏ ਕਿੱਥੋਂ ਆ, ਇਹ ਚੀਜ਼ ਆਪਾਂ ਇੱਥੇ ਸ਼ੋ ਕਰਾਂਗੇ। ਦੇਖੋ ਡਿਬੈਂਚਰ ਐਪਲੀਕੇਸ਼ਨ ਕਿੰਨੇ ਆਏ ਸਾਨੂੰ, 110 ਰੁਪਏ। ਹੁਣ ਜਦੋਂ ਵੀ ਆਪਾਂ ਸੈਕੰਡ ਐਂਟਰੀ ਪਾਉਣੀ ਆ, ਮੈਂ ਤੁਹਾਨੂੰ ਲਾਸਟ ਜਨਰਲ ਐਂਟਰੀ ਵੀ ਦੱਸਿਆ ਸੀ, ਆਪਾਂ ਚੈੱਕ ਕਰਨਾ ਕਿ ਰੀਪੇਬਲ ਕਿੰਨੇ ਤੇ ਕਰਨਾ। ਰੀਪੇਬਲ ਆਪਾਂ ਕਰਨਾ 100 ਰੁਪਏ ਤੇ, 100 ਰੁਪਏ ਤੇ ਕਰਨਾ। ਉਸ ਤੋਂ ਪਹਿਲਾਂ ਆਪਾਂ ਟੂ ਡਿਬੈਂਚਰ ਅਕਾਊਂਟ ਜੋ ਅਸੀਂ ਸ਼ੋ ਕਰਦੇ ਆ ਰਹੇ ਹਾਂ ਕਿ ਸਾਡਾ 100 ਰੁਪਏ ਦਾ ਡਿਬੈਂਚਰ ਆ, ਅਸੀਂ 100 ਰੁਪਏ ਦਾ ਸ਼ੋ ਕਰਤਾ, ਠੀਕ ਹੈ ਜੀ। ਮਤਲਬ ਆਪਣੀ ਜਿਹੜੀ ਨॉर्मल ਆ 10 ਰੁਪਏ ਪ੍ਰੀਮੀਅਮ ਆ, 100 ਰੁਪਏ ਆਪਣੀ ਡਿਬੈਂਚਰ ਦੀ ਅਕਾਊਂਟ ਆ, है ना। सो आ 100 रुपये आप इत्थे शो करता। सेम प्रोसैस जो आप सिक्योरिटी प्रीमियम शो करते होंगे क्वेश्चंस दे विच हजे तक करते आए हैं, 10 रुपये साडे काहदे आ, सिक्योरिटी प्रीमियम दे। हुण इत्थे एक चीज़ समझण वाली आ कि रिडीम 100 रुपये के हिसाब नाल तां रिडीम वाली एंट्री हैगी आ। जो असीं रिडीम दी मैनूं कंप्लीट लिख देना, जो असीं रिडीम दी एंट्री करनी होगी तां असीं डिबेंचर अकाउंट डेबिट टू बैंक लिख दांगे। आपां हुणी करके हटे कि आपां ओपोजिट एंट्री पा देनी है। आ एप्लीकेशन ते आ एप्लीकेशन कैंसल हो गया, जो कैंसल हो जाऊगा बच्चे फिर अपनी एंट्री की बच जूगी, बैंक अकाउंट डेबिट टू डिबेंचर्स, ठीक है बच्चे। सो आप डिबेंचर्स की एंट्री पा देंगे, क्लीयर बच्चे। सो आई होप हुण कोई लॉस नहीं होया। देखो कंपनी नूं फायदा हो रहा, जो फायदा हो रहा तो आप उही प्रूडेंस वाला फिर मैं तुहानूं दोहरा देना कि ऑल लॉसिस मस्ट बी प्रोवाइडेड, मतलब लॉसिस आप शो करने आ और ਜਿਹੜੇ ਗੇਨ ਆ ਆਪਾਂ ਇਗਨੋਰ ਕਰਨੇ। ਹੁਣ ਆਪਾਂ ਨੂੰ ਗੇਨ ਹੋ ਰਿਹਾ ਤੇ ਆਪਾਂ ਨੂੰ ਸ਼ੋ ਕਰਨ ਦੀ ਜ਼ਰੂਰਤ ਹੀ ਨਹੀਂ ਕਿ ਕਿਸੇ ਲਾਸ ਹੋਇਆ ਹੁੰਦਾ ਤਾਂ ਅਸੀਂ ਸ਼ੋ ਕਰ ਦੇਣਾ ਸੀ। ਹੁਣ ਇੱਥੇ ਮੈਂ ਤੁਹਾਨੂੰ ਐਂਟਰੀ ਪਾ ਕੇ ਦਿਖਾ ਦਿੰਦਾ, ਇਹ ਹਜੇ ਨਹੀਂ, ਇਹ ਰਿਡੀਮ ਦੀਆਂ ਐਂਟਰੀ ਆਪਾਂ ਬਾਅਦ ਚ ਵੀ ਕਰਾਂਗੇ। ਰਿਡਮਸ਼ਨ ਦੀ ਐਂਟਰੀ ਕੀ ਦੇਖੋ, ਮੈਂ ਇੱਥੇ ਇਹੀ ਦੋ ਐਂਟਰੀਜ਼ ਦੁਬਾਰਾ ਲਿਖਦਾ, ਬੈਂਕ ਅਕਾਊਂਟ ਡੈਬਿਟ ਟੂ ਡਿਬੈਂਚਰ ਐਪਲੀਕੇਸ਼ਨ, ਤੁਹਾਡੇ ਸਮਝਣ ਦੇ ਲਈ। ਸੈਕਿੰਡ ਐਂਟਰੀ ਕੀ ਆ, ਡਿਬੈਂਚਰ ਐਪਲੀਕੇਸ਼ਨ ਟੂ डिबेंचर टू सिक्योरिटी प्रीमियम। डिबेंचर 100 रुपया, आ 10 रुपये, एप्लीकेशन दे 110 रुपये, 110। देखो एक क्रेडिट आ एक डेबिट आ कैंसल हो गया, बचा की बैंक अकाउंट डेबिट टू डिबेंचर। हुण डिबेंचर किन्ने दे आ 100 रुपये दे। जो असी रीपेमेंट की एंट्री करनी है, रीपेमेंट की एंट्री करनी है बच्चे, तो असी डिबेंचर होल्डर नूं किन्ने रुपए देने आ, ਜਿਹੜਾ ਕ੍ਰੈਡਿਟ ਆ ਉਹ ਡੈਬਿਟ ਹੋ ਗਿਆ, ਅਸੀਂ ਕਿੰਨੇ ਰੁਪਏ ਦੇਣੇ ਆ ਬੈਂਕ ਚੋਂ, ਕਿੰਨੇ ਜਾਣਗੇ 100 ਰੁਪਏ। ਸੋ 110 ਦੀ ਤਾਂ ਗੱਲ ਹੀ ਨਹੀਂ ਕਰਨੀ, ਜਿਹੜਾ ਸਾਨੂੰ ਪ੍ਰੋਫਿਟ ਹੋਇਆ ਉਹ ਤਾਂ ਅਸੀਂ ਲੁਕੋ ਹੀ ਲੈਣਾ, ਉਹ ਤਾਂ ਅਸੀਂ ਸ਼ੋ ਹੀ ਨਹੀਂ ਕਰਨਾ। ਕਲੀਅਰ ਬੱਚੇ। ਸੋ ਅਸੀਂ ਸਿਕਿਉਰਿਟੀ ਪ੍ਰੀਮੀਅਮ ਸ਼ੋ ਨਹੀਂ ਕਰਨਾ ਕਿਉਂਕਿ ਅਸੀਂ ਪ੍ਰੀਮੀਅਮ ਤਾਂ ਸਾਡਾ ਹੋ ਗਿਆ, ਜੋ ਸਾਨੂੰ ਬੈਨੀਫਿਟ ਹੋਊਗੇ ਉਹ ਅਸੀਂ ਸ਼ੋ ਨਹੀਂ ਕਰਨੇ। ਸੋ ਸਿੰਪਲ ਐਂਟਰੀ ਪੈ ਜੂਗੀ ਬੈਂਕ ਦੀ, ਡਿਬੈਂਚਰਸ ਟੂ ਬੈਂਕ 100 ਰੁਪਏ ਦੇ ਹਿਸਾਬ ਨਾਲ। ਸੋ ਇਹ ਸੀਗੀ ਆਪਣੀ ਸੈਕਿੰਡ ਐਂਟਰੀ। ਸੈਕਿੰਡ ਕੇਸ ਜਦੋਂ ਪ੍ਰੀਮੀਅਮ ਤੇ ਇਸ਼ੂ ਹੋਏ ਹੋਣ ਤੇ ਐਟ ਪਾਰ ਤੇ ਰਿਡੀਮ ਹੋਏ ਹੋਣ। ਹੁਣ ਮੈਂ ਤੁਹਾਨੂੰ ਇੱਥੇ ਇੱਕ ਨਾਲ ਹੀ ਇੱਥੇ ਆਪਾਂ ਕਰ ਲੈਂਦੇ ਹਾਂ ਸੈਕਿੰਡ ਕੇਸ ਦੇ ਅੰਦਰ ਬੀ ਪਾਰਟ ਕਿ ਜੇ ਡਿਬੈਂਚਰਸ 10% ਡਿਬੈਂਚਰਸ ਇਸ਼ੂਡ ਹੋਏ ਪ੍ਰੀਮੀਅਮ ਦੇ ਹਿਸਾਬ ਨਾਲ ਤੇ ਰਿਡੀਮ ਕੀਤੇ ਗਏ, ਰੀਪੇਮੈਂਟ ਕਿੰਨੇ ਦੀ ਕਰਨੀ, ਫਾਰਮੈਟ ਦੇ ਹਿਸਾਬ ਨਾਲ ਹੀ ਚੱਲਦੇ ਆ 115 ਰੁਪਏ ਦੀ। 110 ਦੇ ਇਸ਼ੂ ਕੀਤੇ, ਰਿਡੀਮ ਕਰਨੇ ਆ 115 ਰੁਪਏ ਦੇ ਹਿਸਾਬ ਨਾਲ। ਸੋ ਆਪਾਂ ਇਹੀ ਸੈਕਿੰਡ ਕੇਸ ਲਿਆ ਕਿ ਆਪਾਂ ਜਿਹੜੇ ਡਿਬੈਂਚਰਸ ਇਸ਼ੂ ਕੀਤੇ 110 ਰੁਪਏ ਹਿਸਾਬ ਨਾਲ, ਰਿਡੀਮ ਵੀ ਪ੍ਰੀਮੀਅਮ ਤੇ ਕਰ ਰਹੇ ਹਾਂ, ਰਿਡੀਮ ਐਟ ਪ੍ਰੀਮੀਅਮ, ਬਟ ਉਹ ਪ੍ਰੀਮੀਅਮ ਕਿੰਨਾ 115 ਰੁਪਏ ਹਿਸਾਬ ਨਾਲ। ਦੇਖੋ ਕੰਪਨੀ ਨੇ ਫਾਇਦੇ ਨਾਲ ਇਸ਼ੂ ਕੀਤੇ 110 ਰੁਪਏ ਹਿਸਾਬ ਨਾਲ, ਬਟ ਜਦੋਂ ਰਿਡੀਮ ਕਰਨ ਲੱਗੇ ਉਹਨੂੰ 5 ਰੁਪਏ ਹੋਰ ਐਕਸਟਰਾ ਦੇਣੇ ਪੈ ਗਏ। ਪਹਿਲੀ ਗੱਲ ਇੱਥੇ ਲਾਸ ਹੋ ਰਿਹਾ, ਇਸ ਚੀਜ਼ ਨੂੰ ਐਨਾਲਾਈਜ਼ ਕਰੋ। ਜਦੋਂ ਲਾਸ ਹੋ ਰਿਹਾ ਉਹੀ ਪ੍ਰਿੰਸੀਪਲ ਪ੍ਰੂਡੈਂਸ ਵਾਲਾ ਤੇ ਆਪਾਂ ਨੂੰ ਸ਼ੋ ਹੁਣੀ ਕਰਨਾ ਪੈਣਾ। ਲਾਸ ਕਿੰਨੇ ਦਾ ਹੋ ਰਿਹਾ 5 ਰੁਪਏ ਦੇ ਹਿਸਾਬ ਨਾਲ। 110 ਦਾ ਨਾ ਇਸ਼ੂ ਕੀਤੇ, ਆਪਾਂ ਜਲਦੀ ਐਂਟਰੀਆਂ ਪਾਉਂਦੇ ਹਾਂ। ਫਸਟ ਐਂਟਰੀ ਉਹੀ ਛੋਟੀ ਜਿਹੀ ਕਰਕੇ ਪਾ ਲੈਂਦੇ ਆਪਾਂ ਸਿੰਪਲ, ਬੈਂਕ ਅਕਾਊਂਟ ਡੈਬਿਟ ਟੂ ਡਿਬੈਂਚਰ ਐਪਲੀਕੇਸ਼ਨ। ਸਾਨੂੰ ਪੈਸਾ ਆ ਗਿਆ, ਕਿੰਨਾ ਆਇਆ ਜੀ 110 ਰੁਪਏ। 115 ਦੀ ਗੱਲ ਨਹੀਂ ਕਰਨੀ, ਉਹ ਤਾਂ ਸਿਰਫ ਬਾਅਦ ਦੀ ਗੱਲ ਆ। ਇਹ ਤਾਂ ਸਿਰਫ ਲਾਸ ਸ਼ੋ ਕਰਨਾ ਕਰਕੇ ਆਪਾਂ ਨੂੰ ਇਧਰਲੇ ਪਾਸੇ ਦੇਖਣਾ ਪੈਂਦਾ, ਕਿ ਰੀਪੇਮੈਂਟ ਕਿੰਨੇ ਦੀ ਕਰਨੀ ਆ। ਹਾਲਾਂਕਿ ਐਂਟਰੀ ਆਪਾਂ ਇਸ਼ੂ ਦੇ ਟਾਈਮ ਦੀ ਪਾ ਰਹੇ ਹਾਂ, ਸੋ ਇਧਰਲੀ ਪਊਗੀ। ਸੋ 110 ਰੁਪਏ। ਸੋ ਸੈਕਿੰਡ ਐਂਟਰੀ ਕੀ ਹੈ,
ਡਿਬੈਂਚਰ ਐਪਲੀਕੇਸ਼ਨ ਨੂੰ ਡੈਬਿਟ ਕਰਾਂਗੇ, ਪਹਿਲਾਂ ਕ੍ਰੈਡਿਟ ਸੀਗਾ 110 ਰੁਪਏ। ਸੈਕਿੰਡ ਇਹਦੇ ਨਾਲ ਹੁਣ ਧਿਆਨ ਨਾਲ ਸਮਝੋ, ਟੂ ਡਿਬੈਂਚਰ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਦੇ ਆਪਾਂ, ਜਿਵੇਂ ਸ਼ੇਅਰ ਕੈਪੀਟਲ ਟ੍ਰਾਂਸਫਰ ਕਰਦੇ ਹੁੰਦੇ ਸੀ। ਕਿੰਨੇ ਟ੍ਰਾਂਸਫਰ ਕਰਾਂਗੇ? 100 ਰੁਪਏ ਦੇ, ਕਿਉਂਕਿ ਸਾਡਾ ਜਿਹੜਾ ਡਿਬੈਂਚਰ ਆ ਉਹ ਤਾਂ 100 ਰੁਪਏ ਦਾ ਹੀ ਆ। ਤੇ 10 ਰੁਪਏ ਕਾਹਦੇ ਆ ਜੀ? ਸਿਕਿਉਰਿਟੀ ਪ੍ਰੀਮੀਅਮ ਦੇ ਆ, ਜੋ ਅਸੀਂ ਸ਼ੋਅ ਕਰਨਾ ਹੀ ਕਰਨਾ। ਠੀਕ ਹੈ ਬੱਚੇ, ਇੱਥੇ ਇੱਕ ਚੀਜ਼ ਧਿਆਨ ਨਾਲ ਸਮਝੋ ਕਿ 10 ਰੁਪਏ ਕਾਹਦੇ? ਆਪਣੇ ਸਿਕਿਉਰਿਟੀ ਪ੍ਰੀਮੀਅਮ ਦੇ, ਜੋ ਆਪਾਂ ਸ਼ੋਅ ਕਰਨਾ ਉਹ ਵੀ ਕਰਾਂਗੇ। ਸੋ ਸਿਕਿਉਰਿਟੀ ਪ੍ਰੀਮੀਅਮ ਕਿੱਦਾਂ ਬੱਚੇ? ਸਾਡਾ ਜੋ ਸਾਨੂੰ ਕੁਐਸਚਨ ਦੇ ਵਿੱਚ ਗਿਵਨ ਹੁੰਦਾ ਕਿ 100 ਰੁਪਏ ਦੇ ਸ਼ੇਅਰ ਨੇ ਤੇ 10 ਰੁਪਏ ਪ੍ਰੀਮੀਅਮ, ਉਹ 10 ਰੁਪਏ ਪ੍ਰੀਮੀਅਮ ਆਪਾਂ ਇੱਥੇ ਸ਼ੋਅ ਕਰ ਦਾਂਗੇ। ਹੁਣ ਮੋਸਟਲੀ ਬੱਚੇ ਗਲਤੀ ਕੀ ਕਰਦੇ ਆ? ਬੱਚੇ ਗਲਤੀ ਕੀ ਕਰਦੇ ਆ? ਇੱਥੇ ਜਦੋਂ ਆਪਾਂ ਆਹ ਵਾਲੀ ਐਂਟਰੀ ਲਿਖਦੇ ਆ, ਹੁਣ ਦੇਖੋ ਆਪਾਂ ਦੇਖੋ ਪ੍ਰੀਮੀਅਮ ਤੇ ਆਪਾਂ ਰਿਡੀਮ ਕਰ ਰਹੇ ਆ ਪ੍ਰੀਮੀਅਮ ਤੇ ਆਪਾਂ ਰਿਡੀਮ ਇੱਥੇ ਸ਼ੋਅ ਕਰਨਾ, ਪ੍ਰੀਮੀਅਮ ਔਨ ਰਿਡਮਸ਼ਨ। ਹੁਣ ਇੱਕ ਚੀਜ਼ ਧਿਆਨ ਨਾਲ ਸਮਝੋ, ਪ੍ਰੀਮੀਅਮ ਔਨ ਰਿਡਮਸ਼ਨ ਕਿੰਨਾ ਹੋਊਗਾ? ਬੱਚੇ ਕੀ ਕਰਦੇ ਆ? 10 ਰੁਪਏ ਇੱਥੇ ਹੈਗੇ ਆ, ਟੋਟਲ ਸਾਡੇ 115 ਰੁਪਏ ਆ, ਉਹ 5 ਰੁਪਏ ਇੱਥੇ ਪਾ ਦੇਣਗੇ, ਉਹ ਗਲਤ ਹੋ ਜੂ ਬੱਚੇ। ਇੱਥੇ ਪੂਰੀ ਅਮਾਉਂਟ ਪੈਣੀ ਆ ਜਿੰਨੀ ਅਸੀਂ ਪ੍ਰੀਮੀਅਮ ਤੇ ਰਿਡੀਮ ਕਰ ਰਹੇ ਆ, ਮਤਲਬ 100 + 15, 100 ਰੁਪਏ ਅਸੀਂ ਇੱਥੇ ਸ਼ੋਅ ਕਰਤੇ ਡਿਬੈਂਚਰਸ ਦੇ ਵਿੱਚ, 100 ਰੁਪਏ ਦੇ ਡਿਬੈਂਚਰ ਦੇ ਆ, ਤੇ ਜਿਹੜੇ 15 ਉੱਪਰ ਲਿਆ ਉਹ ਪ੍ਰੀਮੀਅਮ ਇਹਦੇ ਆ, ਪ੍ਰੀਮੀਅਮ ਔਨ ਰਿਡਮਸ਼ਨ ਦੇ, ਹਨਾ। ਮਤਲਬ ਰਿਡੀਮ ਕਰਨ ਵੇਲੇ ਸਾਨੂੰ ਕਿੰਨਾ ਪ੍ਰੀਮੀਅਮ ਦੇਣਾ ਪੈਣਾ ਉਹ ਅਸੀਂ ਇੱਥੇ ਸ਼ੋਅ ਕਰਾਂਗੇ। ਸਿਕਿਉਰਿਟੀ ਪ੍ਰੀਮੀਅਮ ਰਿਜ਼ਰਵ ਤੇ ਪ੍ਰੀਮੀਅਮ ਔਨ ਰਿਡਮਸ਼ਨ, ਇਹ ਫਰਕ ਆ ਬੱਚੇ, ਇਹ ਗੱਲ ਧਿਆਨ ਨਾਲ ਸਮਝਿਓ। ਉਹ ਪ੍ਰੀਮੀਅਮ ਆਪਣਾ ਬੈਨੀਫਿਟ ਹੁੰਦਾ, ਆ ਪ੍ਰੀਮੀਅਮ ਆਪਾਂ ਨੂੰ ਲਾਇਬਿਲਿਟੀ ਆਪਾਂ ਨੂੰ ਪੇ ਆਊਟ ਕਰਨੀ ਪੈਣੀ ਆ। ਸੋ 15 ਰੁਪਏ ਆਹ ਵਾਲੇ ਸ਼ੋਅ ਕਰਨੇ ਆ, ਨਾ ਕਿ ਐਂ ਸ਼ੋਅ ਕਰ ਦੇਣਾ ਕਿ 10 ਇੱਥੇ ਆਏ ਹੋਏ ਆ 5 ਆ ਲਿਖ ਦੋ। ਨੋ, ਕਲੀਅਰ ਬੱਚੇ। ਸੋ ਲਾਸ ਕਿੰਨਾ ਹੋ ਰਿਹਾ? ਲਾਸ ਔਨ ਇਸ਼ੂ, ਸਾਨੂੰ ਇੰਨਾ ਪਤਾ ਲੱਗ ਗਿਆ ਨਾ ਵੀ 110 ਦਾ ਸ਼ੇਅਰ ਸੀਗਾ, 100 ਰੁਪਏ ਦਾ ਸ਼ੇਅਰ ਸੀ, ਪਹਿਲਾਂ ਅਸੀਂ 10 ਰੁਪਏ ਦਾ ਐਕਸਟਰਾ ਲਏ, ਉਹ ਤਾਂ ਅਸੀਂ ਸ਼ੋਅ ਹੀ ਨਹੀਂ ਕਰਨੇ, ਅਸੀਂ ਬੈਨੀਫਿਟ ਤਾਂ ਸ਼ੋਅ ਨਹੀਂ ਕਰਦੇ, ਬਟ ਰਿਡੀਮ ਕਰ ਰਹੇ 115 ਦੇ ਹਿਸਾਬ ਨਾਲ। ਸੋ ਸਾਨੂੰ 100 ਰੁਪਏ ਦੇ ਡਿਬੈਂਚਰ ਦੇ ਉੱਪਰ ਕਿੰਨੇ ਰੁਪਏ ਦੇਣੇ ਪੈਣੇ ਐਕਸਟਰਾ? 15 ਰੁਪਏ ਦੇਣੇ ਪੈਣੇ ਆ। ਸੋ 15 ਰੁਪਏ ਸਾਨੂੰ ਪਤਾ ਲੱਗ ਗਿਆ ਕਿ ਜਦੋਂ ਅਸੀਂ ਇਸ਼ੂ ਕੀਤੇ ਸਾਨੂੰ ਉਦੋਂ ਹੀ ਪਤਾ ਲੱਗ ਗਿਆ ਕਿ ਇਹ ਸਾਡਾ ਲਾਸ ਹੋਣ ਵਾਲਾ, ਤਾਂ ਸੋ ਸਾਨੂੰ ਇੱਥੇ ਸ਼ੋਅ ਕਰਨਾ ਪੈਣਾ। ਕਲੀਅਰ ਬੱਚੇ। ਸੋ ਜੇ ਤੁਸੀਂ, ਮੈਂ ਫਿਰ ਕਹਿ ਰਿਹਾ, ਇਹ ਐਂਟਰੀ ਸਮਝ ਗਏ ਤਾਂ ਤੁਹਾਡਾ ਇਹ ਚੈਪਟਰ ਹੋ ਗਿਆ। ਮੈਂ ਰਿਪੀਟ ਕਰ ਦਿੰਦਾ ਇਸ ਐਂਟਰੀ ਨੂੰ, ਜਲਦੀ ਜਲਦੀ ਧਿਆਨ ਨਾਲ ਸਮਝ ਲਿਓ, ਆਪਣੀ ਵੀਡੀਓ ਲੈਂਥੀ ਹੋ ਜਾਂਦੀ ਆ। ਡਿਬੈਂਚਰ ਐਪਲੀਕੇਸ਼ਨ ਆਪਾਂ ਇੱਥੇ ਪਾ ਦੇਣੇ ਆ ਸਿੰਪਲ। ਤੇ ਸਾਨੂੰ ਲਾਸ ਕਿੰਨਾ ਹੋ ਰਿਹਾ ਉਹ ਵੀ ਤਾਂ ਸ਼ੋਅ ਕਰਨਾ ਨਾ, ਉਹ ਕਿਵੇਂ ਪਤਾ ਲੱਗੂਗਾ? ਜਿਹੜੇ ਆਹ ਰੁਪਏ ਆ ਆਪਣੇ, ਜਿਹੜਾ ਪ੍ਰੀਮੀਅਮ ਆ ਉਹ ਆਪਾਂ ਅਲੱਗ ਸ਼ੋਅ ਕਰ ਦੇਣਾ, 15 ਰੁਪਏ ਅਲੱਗ ਸ਼ੋਅ ਕਰਨੇ। ਕਲੀਅਰ ਬੱਚੇ। ਜਿੰਨਾ ਰਿਡੀਮ ਕਰਨ 100 ਰੁਪਏ ਦਾ ਡਿਬੈਂਚਰ ਸੀ, ਰਿਡੀਮ ਕਰਨ ਵੇਲੇ ਸਾਨੂੰ ਕਿੰਨੀ ਪੇਮੈਂਟ ਕਰਨੀ ਪਈ ਉਹ ਲਿਖਣਾ, ਨਾਮ ਸਪੈਸੀਫਾਈ ਕਰਨਾ, ਪ੍ਰੀਮੀਅਮ ਔਨ ਰਿਡਮਸ਼ਨ, ਔਰ ਉਹੀ ਸਾਡਾ ਲਾਸ ਬਣ ਜਾਂਦਾ। ਸੋ ਇਹ ਐਂਟਰੀ ਕਲੀਅਰ ਹੈ ਬੱਚੇ। ਸੋ ਇਸ ਤੋਂ ਬਾਅਦ ਆਪਣਾ ਥਰਡ ਕੇਸ, ਜੇ ਤੁਸੀਂ ਇਸ ਚੀਜ਼ ਨੂੰ ਸਮਝ ਗਏ ਹੋ, ਥਰਡ ਕੇਸ ਕੀ ਸੀ ਆਪਣਾ? ਥਰਡ ਕੇਸ ਕੀ ਆ? ਜੇ 90 ਰੁਪਏ ਦੇ ਹਿਸਾਬ ਨਾਲ ਇਸ਼ੂ ਕੀਤੇ ਤੇ ਜਾਂ ਤਾਂ ਐਟ ਪਾਰ ਤੇ 100 ਰੁਪਏ ਦੇ ਹਿਸਾਬ ਨਾਲ ਰਿਡੀਮ ਕਰਾਂਗੇ, ਜਾਂ ਉਹਨਾਂ ਨੂੰ ਪੇਮੈਂਟ ਕਰਨ ਲੱਗੇ 110 ਰੁਪਏ ਦੇਵਾਂਗੇ ਜਦੋਂ ਅਸੀਂ ਇਸ਼ੂ ਕੀਤੇ 90 ਰੁਪਏ ਦੇ ਹਿਸਾਬ ਨਾਲ। ਕਲੀਅਰ ਬੱਚੇ। ਹੁਣ ਆਪਾਂ ਕਰਾਂਗੇ ਥਰਡ ਕੇਸ। ਥਰਡ ਕੇਸ ਦੀ ਐਂਟਰੀਜ਼ ਕੀ ਆ, ਜੋ ਦੇਖੀਏ। ਸੋ ਥਰਡ ਕੇਸ ਦੇ ਅੰਦਰ ਕੀ ਆ ਕਿ ਜਦੋਂ ਸਾਡੇ ਡਿਬੈਂਚਰ ਇਸ਼ੂ ਕੀਤੇ ਜਾਂਦੇ ਆ ਡਿਸਕਾਊਂਟ ਤੇ 90 ਹਿਸਾਬ ਨਾਲ, ਬਟ ਰੀਪੇਮੈਂਟ ਉਹਨਾਂ ਨੂੰ ਐਟ ਫੇਸ ਵੈਲਿਊ ਤੇ ਕੀਤੀ ਜਾਂਦੀ ਹੈ। ਇਹ ਬੜੀ ਇੰਟਰਸਟਿੰਗ ਚੀਜ਼ ਹੈ। ਹੁਣ ਦੇਖੋ ਵੀ ਕੰਪਨੀ ਨੂੰ ਲਾਸ ਹੋਇਆ ਜਾਂ ਨਹੀਂ ਹੋਇਆ। 90 ਰੁਪਏ ਆਏ ਤੇ ਕੰਪਨੀ ਨੂੰ ਦੇਣਾ ਪੈ ਗਿਆ 100 ਰੁਪਇਆ, 10 ਰੁਪਏ ਕੀ ਆ? ਲਾਸ। ਸੋ ਲਾਸ ਵਾਲੀ ਐਂਟਰੀ ਤੁਸੀਂ ਆਲਰੇਡੀ ਕਰ ਚੁੱਕੇ ਹੋ, ਆਪਾਂ ਜਲਦੀ ਜਲਦੀ ਕਵਰ ਕਰੀਏ। ਪਹਿਲੀ ਸਿੰਪਲ ਐਂਟਰੀ, ਸਾਨੂੰ ਬੈਂਕ ਦੇ ਵਿੱਚ ਪੈਸਾ ਆਇਆ, ਕਿੱਥੋਂ ਆਇਆ? ਡਿਬੈਂਚਰ ਐਪਲੀਕੇਸ਼ਨ ਤੋਂ ਆਇਆ। ਕਿੰਨੇ ਰੁਪਏ ਆਏ? 90 ਰੁਪਏ। ਕਲੀਅਰ। ਸੈਕਿੰਡ ਐਂਟਰੀ ਬੱਚੇ, ਉਹੀ ਡਿਬੈਂਚਰ ਐਪਲੀਕੇਸ਼ਨਸ ਨੂੰ ਅਸੀਂ ਕਿੱਥੇ ਟ੍ਰਾਂਸਫਰ ਕਰ ਦਿੰਦੇ ਆ? ਟੂ ਡਿਬੈਂਚਰਸ ਦੇ ਵਿੱਚ। ਪਰ ਡਿਬੈਂਚਰਸ ਕਿੰਨੇ ਰੁਪਏ ਦੇ ਨੇ? 100 ਰੁਪਏ ਦੇ ਨੇ, ਕਿਉਂਕਿ ਸਾਡੀ ਲਾਇਬਿਲਿਟੀ 100 ਰੁਪਏ ਆ, ਅਸੀਂ ਤਾਂ ਉਹਨੂੰ ਪੇਮੈਂਟ 100 ਰੁਪਏ ਦੀ ਕਰਨੀ ਆ। ਤੇ ਅਸੀਂ ਜਦੋਂ ਐਪਲੀ ਟ੍ਰਾਂਸਫਰ ਕਰਦੇ ਆ ਡਿਬੈਂਚਰ ਅਕਾਊਂਟ ਦੇ ਵਿੱਚ, ਤੁਸੀਂ ਚੈੱਕ ਕਰ ਦਿੰਦੇ ਵੀ ਰੀਪੇਮੈਂਟ ਕਿੰਨੇ ਦੀ ਕਰਨੀ ਆ? 100 ਰੁਪਏ ਦੀ ਕਰਨੀ ਆ। ਬਟ ਐਪਲੀਕੇਸ਼ਨ ਸਾਡੀ ਇੱਥੋਂ ਵਾਲੀ ਦੇਖੋ ਤੁਸੀਂ 90 ਰੁਪਏ ਦੀ ਆ, ਤੇ ਬਾਕੀ ਕੀ ਹੋ ਗਿਆ? ਲਾਸ ਔਨ ਇਸ਼ੂ ਆਫ ਡਿਬੈਂਚਰਸ ਕਿੰਨਾ? 10 ਰੁਪਏ। ਕਲੀਅਰ ਬੱਚੇ। ਇਹ ਸੀਗੀ ਤੁਹਾਡੀ ਲਾਸ ਔਨ ਇਸ਼ੂ ਆਫ ਡਿਬੈਂਚਰਸ।
आई होप ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਊਗੀ। ਲਾਸਟ ਕੇਸ ਕਹਿੰਦਾ ਜੀ ਇਸ਼ੂ ਤਾਂ ਹੋਏ 10% ਡਿਬੈਂਚਰਸ ਸੀਗੇ ਜਿਹੜੇ ਇਸ਼ੂ ਹੋਏ ਇਸ਼ੂਡ 90 रुपए ਦੇ ਹਿਸਾਬ ਨਾਲ मतलब डिस्काउंट ਤੇ बट ਜਦੋਂ रीपेमेंट ਕੀਤੀ सॉरी रीपेमेंट ਕੀਤੀ ਉਦੋਂ ਅਸੀਂ ਐਟ ਰੁਪੀਸ ਕਿੰਨੇ ਤੇ ਕੀਤੀ 110 ਰੁਪਏ ਹਿਸਾਬ ਨਾਲ। ਇਹ ਆਪਣਾ ਲਾਸਟ ਕੇਸ ਆ। ਸੋ ਪਹਿਲੀ ਐਂਟਰੀ ਸੇਮ ਬੱਚੇ केस सैकेंड है ये ध्यान ना समझ लो। पहली एंट्री सेम बैंक अकाउंट डेबिट टू डिवेंचर एप्लीकेशन 90 रुपए। सेकेंड एंट्री समझो बच्चे डिवेंचर एप्लीकेशन टू डिवेंचर्स डिवेंचर किन्ने दे ने 100 रुपए दे एप्लीकेशनस किन्ने दी सी सॉरी 90 रुपए दी जो आप इथों ट्रांसफर किया 90 रुपए दी। क्लीयर कंफ्यूज ना होयो। ये फर्स्ट एंट्री है सेकंड एंट्री है 90 रुपए दी साडी सीगा डिवेंचर इशू हो गया। बट पहली गल बच्चे ਹੁਣ ਇੱਥੇ लॉस ऑन इशू ऑफ डिबेंचर्स अपना कितना पैना चाहिए इस चीज ਨੂੰ समझो। लॉस ऑन इशू ऑफ डिबेंचर्स ध्यान ਨਾਲ समझियो। वैसे तो अपना ਜਿਹੜਾ 90 रुपए ਦਾ ਸ਼ੇਅਰ ਸੀਗਾ 100 रुपए ਦਾ फेस वैल्यू ਸੀਗੀ। इस चीज ਨੂੰ ध्यान ਨਾਲ समझियो। इशू किया 90 रुपए के हिसाब ਨਾਲ 10 रुपए तो अपना ही लॉस हो गया एक तरीके ना 10 रुपए का तो आही लॉस हो गया। बट आपां नूं जिहड़ी रीपेमेंट करनी है वो 110 रुपए हिसाब नाल करनी है रीपेमेंट। हुण ध्यान नाल समझो आपां किन्ने दा इशू कीता आपां दा मतलब ही नहीं 90 रुपए का इशू किया रीपेमेंट सानू 20 रुपए एक्सट्रा करने पैने। सो लॉस कितना हो गया बच्चे लॉस कितना हो गया आ 20 रुपए हो गई। सो जे तुसी लॉस इत्थे 20 रुपए दिखाने हो तो 10 रुपए किहड़े एक्सट्रा दे रहे हो एक्सट्रा किहड़े दे रहे हो 10 रुपए वो किहड़े आ बच्चे टू प्रीमियम ऑन रिडम्पशन दे 10 रुपए। सो जो तुसी एनालाइज करोगे डेबिट कार्ड इक्वल हो जाऊगा। ये चीज़ बच्चे बड़ी इंपॉर्टेंट है। थोड़ी लास्ट एंट्री सीगी ये चीज़ बड़ी इंपॉर्टेंट है। इस चीज़ को समझो। ਇਹ ਜਿਹੜੀਆਂ ਸੈਕਿੰਡ ਐਂਟਰੀਆਂ ਨੇ ਡਿਬੈਂਚਰਸ ਨੂੰ ਇਸ਼ੂ ਕਰਨ ਲੱਗੇ ਜਦੋਂ ਆਪਾਂ ਡਿਬੈਂਚਰ ਅਕਾਊਂਟ ਵਿੱਚ ਟ੍ਰਾਂਸਫਰ ਕਰਦੇ ਹਾਂ ਇੱਥੇ ਇਹ ਚੇਂਜਸ ਆਏ ਆ ਐਜ਼ ਕੰਪੇਅਰ ਟੂ ਇਕੁਇਟੀ ਸ਼ੇਅਰ ਔਰ ਪ੍ਰੈਫਰੈਂਸ ਸ਼ੇਅਰ ਦੇ ਜਨਰਲ ਐਂਟਰੀਜ਼ ਨਾਲੋਂ। ਬਾਕੀ ਸੇਮ ਆ ਜੇ ਫਸਟ ਕਾਲ ਸੈਕਿੰਡ ਕਾਲ ਆਊਗੀ ਬਾਕੀ ਸਾਰਾ ਕੁਝ ਸੇਮ ਆ। ਅਦਰਵਾਈਜ਼ ਤੁਹਾਡੀ ਜਨਰਲ ਐਂਟਰੀ ਇਦਾਂ ਹੀ ਆਉਂਦੀ ਔਰ ਫਾਈਨਲ ਪੇਪਰ ਦੇ ਵਿੱਚ ਤੁਹਾਨੂੰ ਇਦਾਂ ਦਾ ਹੀ ਕੁਐਸਚਨ ਆਊਗਾ। ਆਹੀ 6 ਕੇਸਿਸ ਦੇ ਵਿੱਚੋਂ ਤੁਹਾਨੂੰ ਕੁਐਸਚਨ ਮਿਲਣਗੇ ਉੱਥੇ 4 ਨੰਬਰ ਜਾਂ 6 ਨੰਬਰ ਦੇ ਵਿੱਚ ਸਿੱਧੇ ਕੁਐਸਚਨ ਆ ਜਾਂਦੇ ਆ ਬੱਚੇ ਰਿਡੀਮ ਕਰਨ ਤੱਕ ਦੇ ਡਿਬੈਂਚਰਸ ਨੂੰ ਇਸ਼ੂ ਕਰਕੇ ਰਿਡੀਮ ਕਰਨ ਦੇ। ਸੋ ਇਸ ਚੀਜ਼ ਨੂੰ ਧਿਆਨ ਨਾਲ ਸਮਝਿਓ। ਬੜਾ ਇੰਪੋਰਟੈਂਟ ਚੈਪਟਰ ਹੈ ਇਹ ਵੀ। ਇਹ ਦੋਨੋਂ ਚੈਪਟਰਾਂ ਦੇ ਵਿੱਚੋਂ ਸ਼ੇਅਰ ਕੈਪੀਟਲ ਦੇ ਵਿੱਚੋਂ ਤੇ ਡਿਬੈਂਚਰਸ ਇਸ਼ੂ ਐਂਡ ਰਿਡਮਪਸ਼ਨ ਦੇ ਵਿੱਚੋਂ ਆਲਮੋਸਟ ਬੱਚੇ ਸਾਨੂੰ ਲਗਭਗ ਤੁਹਾਨੂੰ 20 ਮਾਰਕਸ ਦਾ ਜਿਹੜੇ ਕੁਐਸਚਨਸ ਆ ਇਸ ਦੇ ਵਿੱਚੋਂ ਮਿਲ ਜਾਂਦੇ ਆ। 25 ਮਾਰਕਸ ਦਾ ਕੁਐਸਚਨ ਆਉਂਦੇ ਆ ਤੁਹਾਨੂੰ ਸ਼ੇਅਰ ਕੈਪ मतलब ਇਸ ਪਾਰਟ ਚੋਂ ਸ਼ੇਅਰ ਕੈਪੀਟਲ ਡਿਬੈਂਚਰ ਰਿਡਮਪਸ਼ਨ ਵਾਲੇ ਚੋਂ 25 ਮਾਰਕਸ ਦੇ ਕੁਐਸਚਨ ਹੁੰਦੇ ਆ ਤੇ 6 ਮਾਰਕਸ ਦਾ ਕੁਐਸਚਨ ਡਾਇਰੈਕਟਲੀ ਤੁਹਾਨੂੰ ਸ਼ੇਅਰ ਕੈਪੀਟਲ ਚੋਂ ਆ ਜਾਂਦਾ ਬਾਕੀ ਡਿਬੈਂਚਰਸ ਚੋਂ ਤੇ ਰਿਡਮਪਸ਼ਨ ਚੋਂ ਆਉਂਦੇ ਆ। ਸੋ ਇਸ ਚੈਪਟਰ ਨੂੰ ਧਿਆਨ ਨਾਲ ਸਮਝੋ। ਇਹ ਬੜੇ ਇੰਪੋਰਟੈਂਟ ਨੇ ਸਿੱਧੇ ਪਾਸਿੰਗ ਮਾਰਕਸ ਸਕੋਰਿੰਗ ਮਾਰਕਸ ਨੇ 3 ਚੈਪਟਰਾਂ ਦੇ ਵਿੱਚੋਂ 25 ਮਾਰਕਸ। ਕਲੀਅਰ ਬੱਚੇ ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਊਗੀ। ਇਸ ਜਨਰਲ ਐਂਟਰੀਜ਼ ਨੂੰ ਵੀਡੀਓਜ਼ ਨੂੰ ਇੱਕ ਵਾਰ ਦੇਖਿਓ 2 ਵਾਰ ਦੇਖਿਓ ਤੁਹਾਨੂੰ ਜ਼ਰੂਰ ਸਮਝ ਲੱਗੂਗੀ। ਥੈਂਕ ਯੂ ਸੋ ਮਚ। ਗੋਡ ਬਲੈਸ ਯੂ ਆਲ। ਜੇ ਫਿਰ ਵੀ ਕੋਈ ਪ੍ਰੋਬਲਮ ਲੱਗੇ ਤਾਂ ਤੁਸੀਂ ਬੱਚੇ ਪੁੱਛ ਸਕਦੇ ਹੋ। ਥੈਂਕ ਯੂ।